ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਫਾਜ਼ਿਲਕਾ ਪੁਲਿਸ ਨੇ ਦੋ ਨੌਜਵਾਨਾਂ ਤੇ ਇੱਕ ਔਰਤ ਨੂੰ 2 ਕਿਲੋ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਬਾਰੇ ਐਸਐਸਪੀ ਫਾਜ਼ਿਲਕਾ ਭੁਪਿੰਦਰ ਸਿੰਘ ਸਿੱਧੂ ਵੱਲੋਂ ਆਪਣੇ ਦਫ਼ਤਰ ਵਿੱਚ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਮੋਟਰਸਾਈਕਲ ਤੇ ਇਹਨਾਂ ਨੂੰ ਆਉਂਦਿਆਂ ਨੂੰ ਰੋਕ ਕੇ ਜੋ ਚੈੱਕ ਕਰਨ ਦੀ ਇਹਨਾਂ ਨੂੰ ਚੈੱਕ ਕਰਨ ਵਾਸਤੇ ਰੋਕਿਆ ਤੇ ਇਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ, ਜੋ ਇਹਨਾਂ ਨੂੰ ਕਾਬੂ ਕੀਤਾ, ਜਿਸ ਦੌਰਾਨ ਇਹਨਾਂ ਤੋਂ ਇਹ 2 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਇਹਨਾਂ ਦੇ ਸਾਥੀ ਹੈ ਜਿਹੜਾ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ। ਜਿਹੜੇ ਕੁਝ ਸਾਥੀ ਹੋਰ ਵੀ ਇਹਦੇ 'ਚ ਹੈਗੇ ਜਿਹੜੇ ਅਸੀਂ ਇਸ ਦੌਰਾਨ ਇਨਵੈਸਟੀਗੇਸ਼ਨ ਚੱਲ ਰਹੀ ਉਹਦੇ ਕਰਕੇ ਨਹੀਂ ਦੱਸ ਸਕਦੇ। ਉਹਨਾਂ ਨੂੰ ਵੀ ਜਲਦ ਕਾਬੂ ਕਰਕੇ ਅਸੀਂ ਹੋਰ ਵੀ ਸਾਨੂੰ ਉਮੀਦ ਹੈ ਵੀ ਹੋਰ ਕਾਬੂ ਹੋਵੇਗੀ। ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹਨਾਂ ਨੇ ਜਿਹੜੀ ਇਸ ਨੂੰ ਇਹ ਮੇਨਲੀ ਆਪਣੀ ਪਾਸੇ ਇੱਧਰ ਅੰਮ੍ਰਿਤਸਰ ਸਾਈਡ ਵੇਚਦੇ ਸੀਗੇ। ਪਹਿਲਾਂ ਇਹਨਾਂ ਦਾ ਇੱਕ ਦਾ ਇੰਸਟਾਂਸ ਸਾਡੇ ਪੁੱਛੇ ਤੋਂ ਅਜੇ ਬੰਨੇ ਆ ਥੋੜ੍ਹਾ ਜਿਹਾ ਤੇ ਬਾਕੀ ਇਨਵੈਸਟੀਗੇਸ਼ਨ ਆਉਣਾ ਦੱਸਣਗੇ। ਇਹ ਇਨਵੈਸਟੀਗੇਸ਼ਨ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਭੀਖੀਵਿੰਡ ਦੇ ਵਸਨੀਕ 26 ਸਾਲਾ ਪ੍ਰਭਦੀਪ ਸਿੰਘ ਪੁੱਤਰ ਸਤਨਾਮ ਸਿੰਘ ਨੌਜਵਾਨ ਦੀ ਬਾਹਰਲੇ ਦੇਸ਼ ਕਤਰ ਵਿਖੇ ਸੜਕੀ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਅੱਜ ਤੋਂ 4 ਸਾਲ ਪਹਿਲਾਂ ਉਹਨਾਂ ਦਾ ਲੜਕਾ ਪ੍ਰਭਦੀਪ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਬਾਹਰਲੇ ਦੇਸ਼ ਗਿਆ ਸੀ ਅਤੇ ਉੱਥੋਂ ਟਰਾਲਾ ਚਲਾਉਂਦਾ ਸੀ ਅਤੇ ਕੱਲ ਉਹਨਾਂ ਨੂੰ ਬਾਹਰਲੇ ਦੇਸ਼ ਵਿੱਚੋਂ ਕਿਸੇ ਦਾ ਫੋਨ ਆਇਆ ਕਿ ਉਹਨਾਂ ਦੇ ਨੌਜਵਾਨ ਲੜਕੇ ਪ੍ਰਭਦੀਪ ਸਿੰਘ ਦੀ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ। ਮੇਰਾ ਨਾਮ ਅਰਵਿੰਦਰ ਹੈ ਜੀ। ਅਰਵਿੰਦਰ ਜੀ, ਜਿਹੜਾ ਪ੍ਰਭਦੀਪ ਸਿੰਘ ਤੁਹਾਡੇ ਕੀ ਲੱਗਦੇ ਸੀ? ਇਹ ਮੇਰਾ ਛੋਟਾ ਬ੍ਰਦਰ ਹੈ ਜੀ। ਤੇ ਕੀ ਗੱਲ ਹੋਈ ਹੈ ਸਾਰੀ ਜਿਹੜੇ ਅੱਜ ਪਰਿਵਾਰ ਦੇ ਨੇ ਸਾਰੇ ਇਕੱਠੇ ਹੋਏ ਨੇ, ਕੀ ਹੋਇਆ? ਇਹ ਜੀ ਕੱਲ੍ਹ ਇੱਦਾਂ ਮਤਲਬ ਕਿ ਐਕਸੀਡੈਂਟ ਹੋਇਆ ਸਾਨੂੰ, ਤਾਂ ਕੱਲ੍ਹ ਸ਼ਾਮੀ 7:30 ਪਤਾ ਲੱਗਾ ਜੀ। ਹੋਇਆ ਸਵੇਰੇ ਕੱਲ੍ਹ 6 ਮਾਰਨਿੰਗ ਦਾ ਹੀ ਹੈ, ਪਰ ਸਾਨੂੰ ਕੱਲ੍ਹ ਸ਼ਾਮੀ ਪਤਾ ਲੱਗਾ 7:30 ਵਜੇ ਕਿ ਉਹਨਾਂ ਡੈਥ ਹੋ ਗਈ। ਤੇ ਵਿਆਹੇ ਸਨ? ਨਹੀਂ, ਅਨਮੈਰਿਡ। ਕਿੰਨੇ ਭੈਣ ਭਰਾ ਤੁਸੀਂ? ਅਸੀਂ 2 ਭੈਣ ਭਰਾ, 2 ਬ੍ਰਦਰ ਹੈ, 1 ਸਿਸਟਰ ਹੈ ਜੀ। ਜਹਦਰ ਜੀ, ਕੀ ਨਾਂ ਤੁਹਾਡਾ ਜੀ? ਸਤਨਾਮ ਸਿੰਘ। ਕਿਹੜਾ ਪਿੰਡ ਜੀ? ਤੇ ਕੀ ਗੱਲ ਹੋਈ ਹੈ ਜਿਹੜੀ ਤੁਹਾਡੇ ਬੇਟੇ ਨੂੰ? ਇਹ ਐਕਸੀਡੈਂਟ ਹੋ ਗਿਆ ਜੀ। ਇਹ ਕਿੱਥੇ ਹੋਇਆ ਜੀ? ਕਦਰ ਹੈ ਜੀ। ਕੀ ਨਾਂ ਸੀ ਉਹਦਾ ਵੀਰ ਦਾ? ਪ੍ਰਭਦੀਪ ਸਿੰਘ। ਤੇ ਕਿੰਨਾ ਚਿਰ ਹੋ ਗਿਆ ਸੀ ਬਾਹਰ ਗਏ ਨੂੰ? ਬਾਹਰ ਗਏ 4 ਸਾਲ ਹੋ ਗਏ ਜੀ। ਤੇ ਤੁਹਾਨੂੰ ਕਦੋਂ ਪਤਾ ਲੱਗਾ ਜੀ? ਸਾਨੂੰ ਕੱਲ੍ਹ ਹੀ ਪਰਸਨ ਲੱਗਾ ਪਤਾ। ਤੇ ਤੁਸੀਂ ਕੀ ਸਰਕਾਰ ਕੋਲ ਮੰਗ ਕਰਦੇ ਜੀ ਕੋਈ? ਅਸੀਂ ਇਹੋ ਕਰਦੇ ਵੀ ਜਿਸ ਤਰ੍ਹਾਂ ਹੈ ਡੈਡ ਬਾਡੀ ਮਿਲ ਜੇ ਸਾਨੂੰ। ਪਠਾਨਕੋਟ ਵਿੱਚ ਡੇਂਗੂ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਇਸ ਸਮੇਂ ਜ਼ਿਲ੍ਹੇ ਵਿੱਚ 33 ਡੇਂਗੂ ਦੇ ਮਰੀਜ਼ ਇਲਾਜ ਕਰਵਾ ਰਹੇ ਹਨ। ਸਿਹਤ ਮਹਿਕਮੇ ਮੁਤਾਬਿਕ ਹੁਣ ਤੱਕ 500 ਦੇ ਲਗਭਗ ਲੋਕ ਇਸ ਡੇਂਗੂ ਦੀ ਬਿਮਾਰੀ ਦੀ ਚਪੇਟ ਵਿੱਚ ਆ ਚੁੱਕੇ ਹਨ ਤੇ 5 ਲੋਕਾਂ ਦੀ ਹੁਣ ਤੱਕ ਮੌਤ ਵੀ ਹੋ ਚੁੱਕੀ ਹੈ। ਇਹ ਬਿਮਾਰੀ ਸਿਰਫ ਪਠਾਨਕੋਟ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਹਜ਼ਾਰਾਂ ਮਰੀਜ਼ ਡੇਂਗੂ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ। ਸਿਵਲ ਹਸਪੀਟਲ ਪਠਾਨਕੋਟ ਵਿਖੇ ਇਸ ਵੇਲੇ ਡੇਂਗੂ ਦੇ ਕਨਫਰਮਡ ਕੇਸਿਸ ਜਿਹੜੇ ਹੈਗੇ ਉਹ 12 ਹੈਗੇ ਆ ਤੇ ਸਸਪੈਕਟਡ ਕੇਸਿਸ ਇਸ ਵੇਲੇ 11 ਹੈਗੇ ਆ, ਯਾਨੀ ਕਿ ਲਗਭਗ ਟੋਟਲ ਇਸ ਵੇਲੇ 33 ਕੇਸਿਸ ਐਡਮਿਟਡ ਹੈਗੇ ਆ, ਜਿਹਦੇ ਚੋਂ 11 ਸਸਪੈਕਟਡ ਹੈਗੇ ਆ। ਤੇ ਲੋਕਾਂ ਅੱਗੇ ਮੇਰੀ ਇਹੀ ਅਪੀਲ ਹੈਗੀ ਹੈ ਕਿ ਡੇਂਗੂ ਦੀ ਜਿੰਨੀ ਵੀ ਪ੍ਰੀਕਾਸ਼ਨਸ ਹੈਗੀਆਂ ਉਹਨੂੰ ਫੋਲੋ ਕਰਨ, ਪੂਰੇ ਬਾਹਾਂ ਦੀਆਂ ਕਮੀਜ਼ਾਂ ਪਾਉਣ, ਜਿਹੜੇ ਮਸਕੀਟੋ ਰਿਪੈਲੈਂਟ ਜੋ ਵੀ ਅਵੇਲੇਬਲ ਹੈਗੇ ਆ ਮਾਰਕੀਟ ਵਿੱਚ ਉਹ ਯੂਜ਼ ਕਰਨ ਤੇ ਡੈਂਗੀ ਲਾਰਵਾ ਜਿਹੜਾ ਹੈਗਾ ਹੈ ਉਹ ਕਿਤੇ ਵੀ ਇਕੱਠਾ ਨਾ ਹੋ। ਅਕਸਰ ਚਰਚਾ ਵਿੱਚ ਰਹਿਣ ਵਾਲਾ ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਇਨੀ ਦਿਨੀ ਇੱਕ ਵਾਰ ਫਿਰ ਤੋਂ ਚਰਚਾਵਾਂ ਦੇ ਵਿੱਚ ਚੱਲ ਰਿਹਾ ਹੈ, ਕਿਉਂਕਿ ਸਰਕਾਰ ਵੱਲੋਂ ਹਸਪਤਾਲ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਡਾਇਗਨੋਸਟਿਕ ਸੈਂਟਰ ਮਰੀਜ਼ਾਂ ਲਈ ਸੁਵਿਧਾ ਕੇਂਦਰ ਨਹੀਂ ਬਲਕਿ ਦੁਵਿਧਾ ਕੇਂਦਰ ਬਣਿਆ ਹੋਇਆ ਹੈ, ਕਿਉਂਕਿ ਇਸ ਸੈਂਟਰ ਵਿੱਚ ਪਿਛਲੇ 3 ਦਿਨਾਂ ਤੋਂ ਬਿਜਲੀ ਨਾ ਹੋਣ ਕਾਰਨ ਮਰੀਜ਼ਾਂ ਨੂੰ ਬੇਰੰਗ ਪਰਤਣਾ ਪੈ ਰਿਹਾ ਹੈ ਤੇ ਸੈਂਟਰ ਦਾ ਕੋਈ ਵੀ ਪ੍ਰਬੰਧਕ ਮੀਡੀਆ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਠੀਕ ਹੈ, ਪ੍ਰੋਬਲਮ ਕੀ ਉਹਨਾਂ ਦੇ ਯਾਰ ਆਈ ਥਿੰਕ ਗਰਦਨ ਦੇ ਵਿੱਚ ਹੈ ਕੋਈ, ਮਤਲਬ ਪਤਾ ਨਹੀਂ ਕੀ ਹੈ ਕੀ ਨਹੀਂ, ਡਾਕਟਰ ਨੇ ਰੈਫਰ ਕੀਤਾ ਹੈ ਤੇ ਔਰ ਇਸ ਕਰਕੇ ਆਪਾਂ ਮਾਰਨਿੰਗ ਆਏ ਸੀਗੇ 8:30 ਬਟ ਨਾ ਹੁਣ 11 ਵਜ ਗਿਆ ਤੇ ਬਟ ਕੋਈ ਰਿਸਪੌਂਸ ਨਹੀਂ ਹੈਗਾ ਹਲੇ। ਸਵੇਰ 8:30 ਵਜੇ ਤੇ ਆਏ ਹੋਏ? ਹਾਂਜੀ 3 ਘੰਟੇ ਹੋ ਗਏ ਤੁਹਾਨੂੰ ਆਏ? ਰਾਈਟ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਪ੍ਰਬੰਧਾਂ ਬਾਰੇ? ਦੇਖੋ, ਸਰਕਾਰ ਤਾਂ ਇਹੀ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਚਾਹੀਦਾ ਕਿ ਜਿੱਦਾਂ ਵੀ ਆਪਣੇ ਇੱਥੇ ਬੰਦੇ ਆ ਰਹੇ ਆ, ਚਾਹੇ ਪੇਸ਼ੈਂਟ ਉਹ ਭਾਵੇਂ ਕਿੰਨੀ ਮਜਬੂਰੀ ਨਾਲ ਆ ਰਹੇ ਆ ਇੱਥੇ, ਠੀਕ ਹੈ, ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇਹਨਾਂ ਪ੍ਰਬੰਧਕੀ ਪੂਰੇ ਹਸਪੀਟਲ ਨੂੰ ਆਪਣੀ ਪੂਰੀ ਇਹਨਾਂ ਨੂੰ ਜਿਹੜਾ ਵੀ ਹੈਗਾ ਪ੍ਰੋਪਰ ਲਾਈਟ ਦਾ ਜੋ ਵੀ ਪ੍ਰਬੰਧ ਕਰਨਾ ਚਾਹੀਦਾ। ਇਸ ਕਰਕੇ ਲੋਕ ਜਿਹੜੇ ਡਰਦੇ ਮਾਰੇ ਪ੍ਰਾਈਵੇਟਾਂ ਤੋਂ ਨੱਠ ਕੇ ਸਰਕਾਰੀ ਜਾਂਦੇ ਕਿ ਸਾਨੂੰ ਇੱਥੇ ਸਹੂਲਤ ਮਿਲੂਗੀ, ਬਟ ਉਹ ਬੈਨੀਫਿਟ ਨਹੀਂ ਮਿਲ ਰਿਹਾ ਜਿਹੜਾ ਆਪਣੇ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਪ੍ਰਾਈਵੇਟ ਛੱਡੋ ਸਰਕਾਰੀਆਂ 'ਚ, ਪਰ ਲੱਗ ਨਹੀਂ ਆ। ਬਟ
ਬੜੀ ਦਿੱਕਤ ਆ ਰਹੀ ਹੈ। ਅਸੀਂ ਆਪਣੇ ਟੈਸਟ ਕਰਾਉਣ ਆਏ, ਕਹਿੰਦੇ ਲਾਈਟ ਹੈ ਨਹੀਂ, ਅਸੀਂ ਇੱਦਾਂ ਹੀ ਬਹਿ ਗਏ ਹਾਂ। ਅਸੀਂ ਸਵੇਰ ਤੋਂ ਭੁੱਖੇ ਭਾਣੇ ਨਾਲ ਬੈਠੇ ਹਾਂ। ਕਦੋਂ ਦੀ ਲਾਈਟ ਹੈ ਨਹੀਂ ਗੀ ਜੀ? ਲਾਈਟ ਇਹ ਨਹੀਂ ਸਾਨੂੰ ਪਤਾ, ਕਹਿੰਦੇ ਕੱਲ ਤੋਂ ਹੈ ਨਹੀਂ ਲਾਈਟ, ਬਟ ਸਾਨੂੰ ਨਹੀਂ ਪਤਾ ਬੇ ਇਹ ਨਹੀਂ ਸਾਨੂੰ ਪਤਾ ਕਿ ਲਾਈਟ ਕਦੋਂ ਦੀ ਹੈ ਨਹੀਂ, ਕਦੋਂ ਦੀ ਕਹਿੰਦੇ ਕੱਲ ਦੀ ਲਾਈਟ ਹੈ। ਤੁਸੀਂ ਅੱਜ ਹੀ ਆਏ ਆ? ਹਾਂਜੀ ਅਸੀਂ ਇੱਥੇ ਆਏ ਹਾਂ। ਤੇ ਮਾਤਾ ਜੀ ਕੀ ਲੱਗਦਾ ਇੱਕ ਪਾਸੇ ਜਿਹੜੀ ਸਰਕਾਰ ਆ ਝਾੜੂ ਵਾਲਿਆਂ ਦੀ, ਉਹ ਰੋਜ਼ਾਨਾ ਅਖਬਾਰਾਂ ਨੂੰ ਚੈਨਲਾਂ ਨੂੰ ਵੱਡੇ ਵੱਡੇ ਇਸ਼ਤਿਹਾਰ ਦਿੰਦੀ, ਅਸੀਂ ਸੁਧਾਰ ਕਰਤਾ ਜੇ ਕਰਤਾ। ਅਸੀਂ ਅਨਪੜ੍ਹ ਬੱਚੇ, ਸਾਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਪਤਾ। ਜੀ ਬਿਲਕੁਲ, ਮੈਨੂੰ ਕੱਲ ਸਵੇਰੇ ਇਨਫੋਰਮੇਸ਼ਨ ਆਈ ਸੀਗੀ ਕਿ ਸਿਟੀ ਸੈਂਟਰ ਦੇ ਵਿੱਚ ਲਾਈਟ ਨਹੀਂ ਆ ਰਹੀ, ਤੇ ਉਹਨਾਂ ਨੇ ਸਪੈਸ਼ਲੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਆਪਣੇ ਇਲੈਕਟ੍ਰੀਸ਼ੀਅਨ ਨੂੰ ਜਿਹੜਾ ਹਸਪੀਟਲ ਦਾ ਦੇਖਦਾ ਹੈਗਾ ਉਹਨੂੰ ਬੁਲਾਇਆ ਜਾਏ। ਅਸੀਂ ਉਸੇ ਵੇਲੇ ਉਹਨੂੰ ਕਾਲ ਕੀਤੀ ਸੀ ਤੇ ਉਹਨੇ ਆ ਕੇ ਸਾਰੇ ਪੈਨਲਸ ਚੈੱਕ ਕੀਤੇ। ਜਿਹੜੀ ਪ੍ਰੋਬਲਮ ਆਈ ਹੈਗੀ ਹੈ, ਸਾਡੇ ਪੈਨਲ ਤੋਂ ਜਿਹੜੀ ਲਾਈਟ ਉਹਨਾਂ ਦੇ ਤੱਕ ਟਰਾਂਸਫਰ ਹੁੰਦੀ ਹੈ ਉੱਥੇ ਤੱਕ ਲਾਈਟ ਹੈਗੀ ਹੈ, ਪਰ ਜਿਹੜਾ ਉਹਨਾਂ ਦੇ ਪੁਆਇੰਟ ਤੋਂ ਅੱਗੇ ਅੰਦਰ ਜਾਂਦੀ ਹੈ ਉਹਦੇ 'ਚ ਕੋਈ ਨੁਕਸ ਆ ਗਿਆ ਹੈ। ਉਹ ਕਹਿ ਰਹੇ ਕਿ ਕੋਈ ਜਿਹੜਾ ਉਹਨਾਂ ਦਾ ਬੰਦਾ ਆਇਆ ਸੀਗਾ, ਉਹਨੇ ਚੈੱਕ ਕੀਤੀ ਕਿ ਇਹਦੇ 'ਚੋਂ ਕੋਈ ਪਾਰਟ ਚੋਰੀ ਕਰਕੇ ਲੈ ਗਿਆ ਕੋਈ ਬੰਦਾ ਬਾਹਰੋਂ, ਤੇ ਉਹ ਚੀਜ਼ ਦੀ ਪ੍ਰੋਬਲਮ ਹੈਗੀ ਹੈ। ਅੱਜ ਉਹਨਾਂ ਨੇ ਆਪਣਾ ਇੰਜੀਨੀਅਰ ਬੁਲਾਇਆ ਹੋਇਆ ਹੈਗਾ, ਤੇ ਸਾਡੇ ਬੰਦੇ ਇਲੈਕਟ੍ਰੀਸ਼ੀਅਨ ਜਿਹੜੇ ਆ ਉਹ ਵੈਸੇ ਹੀ ਸਵੇਰ ਦੇ ਇੱਥੇ ਹੈਗੇ ਕਿ ਲਾਈਟ 'ਚ ਕੋਈ ਡਿਫੈਕਟ ਸੀਗਾ, ਤੇ ਉਹ ਨਾਲ ਮਿਲ ਕੇ ਉਹਨੂੰ ਜਲਦ ਤੋਂ ਜਲਦ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਲੋਕਾਂ ਨੂੰ ਖੱਜਲ ਖੁਆਰੀ ਨਾ ਹੋ ਸਕੇ। ਅੱਜ ਕੀਰਤੀ ਕਿਸਾਨ ਯੂਨੀਅਨ ਵੱਲੋਂ ਮਿਨੀ ਸੈਕਟਰੀਏਟ ਤੋਂ ਲੈ ਕੇ ਕਚਹਿਰੀ ਚੌਂਕ ਤੱਕ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਅਤੇ ਜੇਲ੍ਹਾਂ ਵਿੱਚ ਨਾਜਾਇਜ਼ ਤੌਰ ਤੇ ਬੰਦ ਬੁੱਧੀਜੀਵੀਆਂ ਦੀ ਰਿਹਾਈ ਅਤੇ 84 ਸਿੱਖ ਨਸਲਕੁਸ਼ੀ ਦੇ 2 ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਬੁਲਾਰਿਆਂ ਨੇ ਕਿਹਾ ਹੈ ਕਿ ਬਲਾਤਕਾਰੀ ਅਤੇ 84 ਸਿੱਖ ਨਸਲਕੁਸ਼ੀ ਦੇ 2 ਦੋਸ਼ੀ ਬਾਹਰ ਆਜ਼ਾਦ ਘੁੰਮ ਰਹੇ ਹਨ, ਜਦਕਿ ਸਜ਼ਾ ਪੂਰੀ ਕਰ ਚੁੱਕੇ ਸਿੱਖ ਜੇਲ੍ਹਾਂ ਵਿੱਚ ਸੜ ਰਹੇ ਹਨ। ਇਸੇ ਤਰ੍ਹਾਂ ਲੋਕ ਹੱਕਾਂ ਦੀ ਗੱਲ ਕਰਨ ਵਾਲੇ ਜੇਲ੍ਹਾਂ ਵਿੱਚ ਬੰਦ ਹਨ। ਇਸ ਮੌਕੇ ਸਰਕਾਰ ਖਿਲਾਫ ਚਮਕੇ ਉਹਨਾਂ ਨਾਅਰੇਬਾਜ਼ੀ ਵੀ ਕੀਤੀ। ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ, ਜਿਨ੍ਹਾਂ ਲੋਕਾਂ ਨੇ ਬੇਗੁਨਾਹ ਲੱਖਾਂ ਸਿੱਖਾਂ ਦਾ ਕਤਲ ਕੀਤਾ ਦਿੱਲੀ ਦੇ ਵਿੱਚ, ਹੋਰ ਹਿੰਦੁਸਤਾਨ ਦੇ ਵੱਖੋ-ਵੱਖ ਸ਼ਹਿਰਾਂ ਦੇ ਵਿੱਚ, ਉਹਨਾਂ ਦੇ ਬਹੁਤ ਸਾਰੇ ਦੋਸ਼ੀ ਜਿਹੜੇ ਆ ਉਹ ਅਜੇ ਵੀ ਇਸ ਤਰੀਕੇ ਨਾਲ ਬਿਨਾਂ ਕਿਸੇ ਸਜ਼ਾਵਾਂ ਤੋਂ ਤੁਰੇ ਫਿਰਦੇ ਆ, ਉਹਨਾਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ। ਦੂਜੀ ਸਾਡੀ ਅੱਜ ਦੀ ਇਹ ਮੰਗ ਆ ਵੀ ਸਾਡੇ ਸਿੱਖ ਕੈਦੀ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਬਣਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ, ਪਰ ਉਹ ਅਜੇ ਤੱਕ ਵੀ ਜੇਲ੍ਹਾਂ ਦੇ ਵਿੱਚ ਬੰਦ ਆ, ਇਹ ਬਿਲਕੁਲ ਬੇਇਨਸਾਫੀ ਆ, ਬਿਲਕੁਲ ਨਿਆਂ ਆ। ਅਸੀਂ ਉਹਨਾਂ ਦੀ ਰਿਹਾਈ ਦੀ ਸਰਕਾਰ ਕੋਲੋਂ ਤੁਰੰਤ ਮੰਗ ਕਰਦੇ ਹਾਂ। ਨਾਲ ਹੀ ਸਾਡੇ ਬਹੁਤ ਸਾਰੇ ਪੱਤਰਕਾਰ, ਬੁੱਧੀਜੀਵੀ, ਵਕੀਲ, ਇੱਥੋਂ ਤੱਕ ਕਿ ਸੱਤਿਆ ਸਾਈਂ ਵਰਗੇ ਬਹੁਤ ਸਾਰੇ ਜਿਹੜੇ 99% ਅਪਾਹਜ ਆ, ਉਹ ਵੀ ਜੇਲ੍ਹਾਂ ਦੇ ਵਿੱਚ ਰੁਲਦੇ ਆ। ਇੱਕ ਬੰਨੇ ਤਾਂ ਉਹ ਬਲਾਤਕਾਰੀ ਸਾਧ ਰਾਮ ਰਹੀਮ ਨੂੰ 15 ਦਿਨਾਂ ਮਗਰੋਂ ਪਰੋਲ ਮਿਲ ਜਾਂਦੀ ਆ, 10 ਦਿਨਾਂ ਮਗਰੋਂ ਉਹਨੂੰ ਛੁੱਟੀ ਮਿਲ ਜਾਂਦੀ ਆ। ਦੂਜੇ ਬੰਨੇ ਸਾਡੇ ਉਹ ਲੋਕ ਆ ਜਿਨ੍ਹਾਂ ਦੇ ਉੱਤੇ ਕੋਈ ਪਰਚੇ ਨਹੀਂ, ਸਿਰਫ ਲੋਕਾਂ ਦੇ ਹੱਕਾਂ ਦੇ ਉੱਤੇ ਖੜਨ ਤੇ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਕਰਕੇ ਬਹੁਤ ਸਾਰੇ ਬੁੱਧੀਜੀਵੀ, ਬਹੁਤ ਸਾਰੇ ਪੱਤਰਕਾਰ, ਬਹੁਤ ਸਾਰੇ ਵਕੀਲ ਜਿਹੜੇ ਆ ਉਹ ਜੇਲ੍ਹਾਂ ਵਿੱਚ ਡੱਕੇ ਹੋਏ ਆ। ਨਾਲ ਹੀ ਕਿੰਨੀ ਗੈਰ ਮਨੁੱਖੀ ਇਹੋ ਗੱਲ ਆ ਵੀ ਸਿੱਖ ਕੈਦੀ ਜਿਹੜੇ ਆ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ, ਇਹ ਕਿੱਥੇ ਦਾ ਕਾਨੂੰਨ ਆ, ਕਿੱਥੇ ਸੰਵਿਧਾਨ ਵਿੱਚ ਲਿਖਿਆ ਵੀ ਜਿਨ੍ਹਾਂ ਨੇ ਆਪਣੀ ਸਜ਼ਾਵਾਂ ਪੂਰੀਆਂ ਕਰ ਲਈਆਂ ਉਹ ਅਜੇ ਤੱਕ ਜੇਲ੍ਹਾਂ ਦੇ ਵਿੱਚ ਬੰਦ ਆ, ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ? ਕਿਉਂਕਿ ਸਾਰਾ ਕੁਝ ਜਿਹੜਾ ਇਹ ਫਾਸੀਵਾਦੀ ਸਰਕਾਰ, ਮੋਦੀ ਸਰਕਾਰ, ਪੰਜਾਬ ਸਮੇਤ ਪੰਜਾਬ ਸਰਕਾਰ ਜਿਹੜੀ ਇਹ ਉਸ ਵੇਲੇ ਲੋਕਾਂ ਨੂੰ ਇੱਦਾਂ ਲੱਗਦਾ ਸੀਗਾ ਵੀ ਆਪਾਂ ਨਵਾਂ ਕੋਈ ਬਦਲ ਆ ਜਾਣਾ, ਪਰ ਬਦਲ ਇਹਨਾਂ ਨੂੰ ਜੋ ਹੈਗਾ ਉਹ ਤੁਹਾਡੇ ਸਾਹਮਣੇ ਆ। ਕਿਸੇ ਨੇ ਜਿਹੜੀ ਆ ਇਹ ਗੈਰ ਮਨੁੱਖੀ ਵਰਤਾਰਾ ਆ, ਅਣਮਨੁੱਖੀ ਵਰਤਾਰਾ, ਗੈਰ ਸੰਵਿਧਾਨਕ ਆ, ਜਿਹੜੇ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਨੂੰ ਉਸ ਸਮੇਂ ਅਹਿਮ ਸਫਲਤਾ ਮਿਲੀ ਜਦੋਂ ਪੰਜਾਬ ਪੁਲਿਸ ਨੇ ਨਾਵਾ ਸ਼ੇਵਾ ਪੋਰਟ ਮੁੰਬਈ ਤੋਂ 72.5 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਲੋੜੀਂਦੇ 3 ਵੱਡੇ ਨਸ਼ਾ ਤਸਕਰਾਂ ਨੂੰ ਗੁਰਦਾਸਪੁਰ 'ਚ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਦੇ ਵਾਸੀ ਗੁਰਵਿੰਦਰ ਸਿੰਘ ਉਰਫ ਮਹਿਕ 27 ਸਾਲ, ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੇ ਵਾਸੀ ਗੁਰਸੇਵਕ ਸਿੰਘ ਉਰਫ ਸੇਵਕ ਜਿਸ ਦੀ ਉਮਰ 25 ਸਾਲ ਅਤੇ ਅੰਮ੍ਰਿਤਸਰ ਦੇ ਪਿੰਡ ਮਾਵਾ ਦੇ ਵਾਸੀ ਮਨਜੀਤ ਸਿੰਘ ਉਰਫ ਸੋਨੀ ਜਿਸ ਦੀ ਉਮਰ 34 ਸਾਲ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਤਿੰਨੋਂ ਵਿਅਕਤੀ ਪੰਜਾਬ ਵਿੱਚ ਸਰਹੱਦ ਪਾਰੋਂ ਅਤੇ ਅੰਤਰਰਾਜੀ ਨਸ਼ਾ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ IPS ਔਰ ਸਾਡੇ SSP ਸਾਹਿਬ ਦੀਪਕ ਕਲੌਰੀ ਜੀ SSP ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਟੀਮਾਂ ਵੱਲੋਂ ਵੱਖ-ਵੱਖ ਜਗ੍ਹਾ 'ਤੇ ਨਾਕੇ ਲਗਾਏ ਜਾਂਦੇ ਨੇ। ਕੱਲ੍ਹ CIA ਸਟਾਫ ਔਰ ਸਪੈਸ਼ਲ ਟੀਮ
ਅਤੇ ਧਾਰੀਵਾਲ ਦੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਗੱਡੀ ਥਾਰ ਨੂੰ ਰੋਕਿਆ ਗਿਆ। ਜਦੋਂ ਉਹਦੀ ਪ੍ਰੋਪਰ ਚੈਕਿੰਗ ਕੀਤੀ ਗਈ, ਉਹਦੇ ਵਿੱਚੋਂ ਸਾਨੂੰ ਇੱਕ ਰਿਵਾਲਵਰ ਔਰ 6 ਰਿਵਾਲਵਰ ਦੇ ਰੌਂਦ ਔਰ 6 9mm ਦੇ ਰੌਂਦ ਬਰਾਮਦ ਹੋਏ। ਇਹ ਕੋਈ ਉਹਦੇ ਬਾਰੇ ਜਿਹੜਾ ਸੀ ਉਹ ਦੋਸ਼ੀ ਗੁਰਵਿੰਦਰ ਸਿੰਘ ਈਲੀਅਸ ਮਹਿਕ ਵਾਸੀ ਪੰਡੋਰੀ ਔਰ ਮਨਜੀਤ ਸਿੰਘ ਇਹਦਾ ਪਿੰਡ ਮਹਾਵਾ ਵਾ ਔਰ ਇੱਕ ਹੈਗਾ ਗੁਰਸੇਵਕ ਸਿੰਘ ਇਹ ਭਿੱਖੀਵਿੰਡ ਤੋਂ ਰਹਿਣ ਵਾਲਾ ਵਾ। ਇਹ ਤਿੰਨਾਂ ਬੰਦਿਆਂ ਨੂੰ ਜਦੋਂ ਪ੍ਰੋਪਰਲੀ ਥੋੜ੍ਹੀ ਜਿਹੀ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਇਹਨਾਂ ਨੇ ਕਾਫੀ ਵੱਡੇ ਖੁਲਾਸੇ ਕੀਤੇ। ਜਿਹੜਾ ਇਹਨਾਂ ਕੋਲੋਂ ਅਸਲਾ ਬਰਾਮਦ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ 149 ਨੰਬਰ FIR ਦਰਜ ਕੀਤੀ ਗਈ ਆਰਮਜ਼ ਐਕਟ ਦੇ ਤਹਿਤ। ਔਰ ਪੁੱਛਗਿੱਛ ਦੇ ਵਿੱਚ ਜਦੋਂ ਇਹਨਾਂ ਦਾ ਚੈੱਕ ਕੀਤਾ ਗਿਆ ਸਾਰਾ ਰਿਕਾਰਡ ਔਰ ਦੂਸਰਾ ਅਤੇ ਬੜਾ ਵੱਡਾ ਇੱਕ ਖੁਲਾਸਾ ਹੋਇਆ ਵੀ ਬੰਬਈ ATS ਨੇ 73 ਕਿਲੋ ਦੀ ਰਿਕਵਰੀ ਕੀਤੀ ਪੰਜਾਬ ਪੁਲਿਸ ਨਾਲ ਰਲ ਕੇ। ਉਹਦੇ ਇਹ ਭਗੌੜੇ ਸੀ ਔਰ ਬੜਾ ਵੱਡਾ ਇਹਨਾਂ ਦਾ ਨੈਟਵਰਕ ਸੀ। ਉਹਦੇ ਉੱਥੇ ਜਿਹੜਾ ਉਹਨਾਂ ਨੇ 15/22 ATS ਨੇ ਮੁਕੱਦਮਾ ਦਰਜ ਕੀਤਾ ਸੀ ਉੱਥੇ ਬੰਦਰਗਾਹ 'ਤੇ ਔਰ ਉਹਦੇ ਵਿੱਚ ਇਹ ਮੇਨ ਲੜਿੰਦੇ ਸੀ ਔਰ ਬਾਰ-ਬਾਰ ਉਹ ਇੱਥੇ ਆ ਕੇ ਰੇਡ ਵੀ ਕਰ ਰਹੇ ਸੀ। ਹੋਰ ਜਿਹੜਾ ਵਾ ਆਪਣੇ ਗੁਰਵਿੰਦਰ ਸਿੰਘ ਮਹਿਕ ਹੈ ਜਿਹੜਾ ਇਹ ਪੁਰਾਣੇ ਸਮਗਲਰ ਨੇ। ਇਹਦੇ 'ਤੇ 5-6 ਅੱਗੇ ਵੀ 8 ਕਿਲੋ ਦੇ 10 ਕਿਲੋ ਦੇ ਪਰਚੇ ਕਾਫੀ ਦਰਜ ਨੇ। ਅੱਜ ਗੁਰਦਾਸਪੁਰ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੀ ਅਹਿਮ ਬੈਠਕ ਹੋਈ, ਜਿਸ ਵਿੱਚ ਪੰਜਾਬ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਦੇ ਯੁਵਰਾਜ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਜਿਨ੍ਹਾਂ ਨਾਲ ਹਨੀ ਮਹਾਜਨ ਪੰਜਾਬ ਯੂਥ ਪ੍ਰਭਾਰੀ, ਅੰਮ੍ਰਿਤ ਕਾਲੀਆ ਪੰਜਾਬ ਯੂਥ ਵਾਈਸ ਪ੍ਰਧਾਨ ਅਤੇ ਸਮੂਹ ਸ਼ਿਵ ਸੈਨਾ ਬਾਲ ਠਾਕਰੇ ਸਾਹਿਬ ਲੀਡਰਸ਼ਿਪ ਉਪਸਥਿਤ ਹੋਈ। ਜਿੱਥੇ ਲਗਾਤਾਰ ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜਗ੍ਹਾ ਤੇ ਦਿੱਤੀ ਜਾ ਰਹੀ ਬਿਆਨਬਾਜ਼ੀ ਦੇ ਉੱਪਰ ਯੁਵਰਾਜ ਸ਼ਰਮਾ ਨੇ ਇਤਰਾਜ਼ ਜਤਾਉਂਦੇ ਹੋਏ ਭਾਈ ਅੰਮ੍ਰਿਤਪਾਲ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਉੱਤੇ ਇਤਰਾਜ਼ ਜਤਾਉਂਦੇ ਹੋਏ ਸ਼ਬਦੀ ਹਮਲੇ ਵੀ ਕੀਤੇ। ਪੰਜਾਬ ਦਾ ਇੱਕ ਸ਼ੁਭ ਚਿੰਤਕ ਨਾਗਰਿਕ ਮੈਂ ਯੁਵਰਾਜ ਸ਼ਰਮਾ ਆਪਣੇ ਸੰਗਠਨ ਵੱਲੋਂ ਕਾਫੀ ਦਿਨਾਂ ਤੋਂ ਜਦੋਂ ਵੀ ਪੰਜਾਬ ਦੇ ਕਿਸੇ ਜ਼ਿਲ੍ਹੇ ਵਿੱਚ ਜਾ ਰਿਹਾ ਤੇ ਅੰਮ੍ਰਿਤਪਾਲ ਨਾਂ ਦਾ ਜਿਹੜਾ ਵਿਅਕਤੀ ਪੰਜਾਬ ਦੇ ਵਿੱਚ ਸਪੌਂਸਰ ਕਰਕੇ ਜਿਹੜਾ ਭੇਜਿਆ ਗਿਆ ਉਹਦੇ 'ਤੇ ਚਰਚਾ ਹੋ ਰਹੀ ਹੈ। ਮੇਰੇ ਖਿਆਲ ਪੂਰੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਬੁਰੀ ਤਰ੍ਹਾਂ ਮਤਲਬ ਕਿ ਅੱਗ ਲੱਗੀ ਹੋਈ ਹੈ। ਅੰਮ੍ਰਿਤਪਾਲ ਨੇ ਇਹ ਕਹਿ ਤਾ, ਅੰਮ੍ਰਿਤਪਾਲ ਨੇ ਉਹ ਕਹਿ ਤਾ, ਕਦੀ ਕਿਸੇ ਸਮੁਦਾਇ ਦੇ ਖਿਲਾਫ, ਕਦੀ ਕਿਸੇ ਸਮੁਦਾਇ ਦੇ ਖਿਲਾਫ। ਇਹਦੇ 'ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਪਾਰਟੀ ਦੇ ਨੁਮਾਇੰਦੇ, ਛੋਟੇ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਆਪਣੀਆਂ ਪ੍ਰਤੀਕਿਰਿਆ ਜਿਹੜੀਆਂ ਇਹਦੇ 'ਤੇ ਦੇ ਰਹੀਆਂ। ਤਾਂ ਕੁਝ ਲੋਕ ਉਹਨੂੰ ਰੂਪ ਦੇ ਰਹੇ ਨੇ ਵੀ ਸਾਡਾ ਸੰਤ ਨਵਾਂ ਆ ਗਿਆ। ਮੈਂ ਪੰਜਾਬ ਦੇ ਲੋਕਾਂ ਨੂੰ ਇਹ ਪ੍ਰਾਰਥਨਾ ਕਰਨਾ ਚਾਹੁੰਦਾ, ਨਿਵੇਦਨ ਕਰਨਾ ਚਾਹੁੰਦਾ ਕਿ ਸੰਤ ਕੋਈ ਨਹੀਂ ਹੈ। ਇਹ ਦੁਬਈ ਦੇ ਵਿੱਚੋਂ ਆਇਆ। ਦੁਬਈ ਦੇ ਜਿਹੜੇ ਸ਼ੇਖ ਆ ਉਹਨੂੰ ਮਾਲਸ਼ਾਂ ਕਰਨ ਵਾਸਤੇ ਇਹਨੂੰ ਰੱਖਿਆ ਸੀ। ਤਾਂ ਮੈਨੂੰ ਜੋ ਲੱਗ ਰਿਹਾ ਵੀ ਜੋ ਪੈਸੇ ਸ਼ੇਖਾਂ ਨੇ ਇਹਦੇ ਨਾਲ ਕੀਤੇ ਸੀ ਉਹਨੂੰ ਦਿੱਤੇ ਨਹੀਂ। ਇਹਦੇ ਕਰਕੇ ਇਹਦਾ ਜਿਹੜਾ ਦਿਮਾਗ ਹੈਗਾ ਉਹਦੇ ਪੇਚ ਹੋ ਗਏ ਢਿੱਲੇ। ਇਹ ਪੰਜਾਬ ਦੇ ਵਿੱਚ ਆ ਕੇ ਤੇ ਕਹਿ ਰਿਹਾ ਵੀ ਮੈਂ ਸਿੱਖਾਂ ਦਾ ਨੁਮਾਇੰਦਾ। ਸਰ ਇਹਦੇ ਪਿੱਛੇ ਕੋਈ ਰਾਜਨੀਤੀ ਸ਼ਾਇਦ ਲੱਗ ਰਹੀ ਤੁਹਾਨੂੰ? ਸਵਾਲ ਇਹ ਹੈਗਾ ਵੀ ਰਾਜਨੀਤੀ ਹੋਵੇ ਚਾਹੇ ਕਿਸੇ ਨੇ ਇਹਨੂੰ ਸਪੌਂਸਰ ਕਰਕੇ ਘੱਲਿਆ ਹੋਵੇ, ਲੇਕਿਨ ਸਰਕਾਰਾਂ ਕੀ ਕਰ ਰਹੀਆਂ? ਮਤਲਬ ਪਹਿਲੇ ਆ ਕੇ ਕ੍ਰਿਸਚਨਾਂ ਦੇ ਖਿਲਾਫ ਬੋਲ ਰਿਹਾ, ਫਿਰ ਇਹ ਹਿੰਦੂਆਂ ਦੇ ਖਿਲਾਫ ਬੋਲ ਰਿਹਾ, ਫਿਰ ਇਹ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਸਨਾਤਨ ਦੀ ਰੱਖਿਆ ਕੀਤੀ, ਇੱਕ ਬਹੁਤ ਵੱਡਾ ਸਾਨ ਕੀਤਾ। ਇਹ ਜਨੇਊਆਂ ਦੀ ਗੱਲ ਕਰ ਰਿਹਾ, ਜਦ ਕਿ ਇਸ ਬੰਦੇ ਨੂੰ ਇਤਿਹਾਸ ਬਾਰੇ 5 ਪੈਸੇ ਜਾਣਕਾਰੀ ਨਹੀਂ। ਅਗਰ ਗੁਰੂ ਗੋਬਿੰਦ ਸਿੰਘ ਨੇ ਸਨਾਤਨ ਦੀ ਰੱਖਿਆ ਕੀਤੀ ਸੀ ਤਾਂ ਮੈਂ ਇਹਨੂੰ ਪੁੱਛਣਾ ਚਾਹਾਂਗਾ ਵੀ ਗੁਰੂ ਗੋਬਿੰਦ ਸਿੰਘ ਕੌਣ ਸੀਗੇ, ਕਿੱਥੋਂ ਉਹਨਾਂ ਨੂੰ ਬਰ ਮਿਲੇ? ਮੈਂ ਇਹ ਨਹੀਂ ਕਹਿ ਰਿਹਾ ਮੈਂ ਪੂਰੀ ਕੌਮ ਨੂੰ ਇਹਦੇ ਲਪੇਟੇ 'ਚ ਨਹੀਂ ਲੈ ਰਿਹਾ, ਲੇਕਿਨ ਪੰਜਾਬ ਦੇ ਜਿਹੜੇ ਭੜਕੇ ਜੋ ਨੌਜਵਾਨ ਹੈ ਜਿਨ੍ਹਾਂ ਨੂੰ ਆਪਣੇ ਮਗਰ ਲਾ ਰਿਹਾ, ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਵੀ ਯਾਰ ਆਪਣੇ ਪਿਛੋਕੜ ਆਪਣੇ ਮਾਪਿਆਂ ਨੂੰ ਜਾ ਕੇ ਪੁੱਛ ਕੇ ਤੇ ਫਿਰ ਇਹਦੀ ਬਾਂਹ ਫੜਿਓ। ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ B ਕੈਟਾਗਰੀ ਦੇ ਗੈਂਗਸਟਰ ਜਸਦੇਵ ਸਿੰਘ ਜੱਸੀ ਨੇ 2 ਸਹਾਇਕ ਸੁਪਰਡੈਂਟਾਂ ਦੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਦੋਵੇਂ ਸਹਾਇਕ ਜੇਲ੍ਹ ਸੁਪਰਡੈਂਟ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਕਥਿਤ ਤੌਰ ਤੇ ਇਹ ਹਮਲਾ ਚਮਚੇ ਨਾਲ ਕੀਤਾ ਗਿਆ। ਹਾਈ ਸਿਕਿਉਰਿਟੀ ਜ਼ੋਨ ਹੈ ਸਾਡੇ ਅੰਦਰ ਜਿੱਥੇ ਗੈਂਗਸਟਰ ਬੰਦ ਹੈ ਜੀ, ਉੱਥੇ ਤਲਾਸ਼ੀ ਕਰਨ ਗਏ ਸੀਗੇ। DGP ਸਾਹਿਬ ਤੇ ਸਰਕਾਰ ਦੀਆਂ ਹਦਾਇਤਾਂ ਵੀ ਦਿਹਾੜੀ 'ਚ 5-6 ਵਾਰੀ ਤਲਾਸ਼ੀ ਕਰੋ ਇਹਨਾਂ ਦੀ ਜੀ। ਉਹ ਤਲਾਸ਼ੀ ਕਰਨ ਗਏ ਸੀ, ਬਸ ਰੂਟੀਨ ਦੀ ਪਹਿਲਾਂ ਵੀ ਅਸੀਂ ਕਰਦੇ ਹਾਂ।
ਕੁਛ ਤਲਾਸ਼ੀ ਤੋਂ ਦੁਖੀ ਸੀ ਉਹ ਇੱਕ ਪਹਿਲਾਂ ਗੈਂਗਸਟਰ ਜਿਹਾ ਹੈਗਾ ਉਹਦੇ ਅਸੀਂ ਉਹ ਉਹਨੇ ਵੀਡੀਓ ਜੀ ਆਡੀਓ ਜੀ ਇੱਕ ਪੱਤਰਕਾਰ ਨਾਲ ਗੱਲ ਕਰਕੇ ਝੂਠਾ ਜਿਹਾ ਇਲਜ਼ਾਮ ਲਾਇਆ ਸਾਡੇ ਤੇ ਉਹਦੇ ਤੇ ਕਾਰਵਾਈ ਕਰਕੇ ਉਹਨੂੰ ਮਾੜੀ ਮੋਟੀ ਸਜ਼ਾ ਦਿੱਤੀ ਸੀ ਸਾਹਿਬ ਵੱਲੋਂ ਸੈਸ਼ਨ ਜੱਜ ਸਾਹਿਬ ਵੱਲੋਂ ਉਹਦੇ 'ਚੋਂ ਮਾੜੀ ਮੋਟੀ ਰੰਜਿਸ਼ ਕਰਦਾ ਹੋਣਾ ਸਾਡੇ ਨਾਲ ਜਾਂ ਜਿਹੜਾ ਬੰਦਾ ਇਹਨਾਂ ਨੂੰ ਮਾੜਾ ਮੋਟਾ ਟੋਕਦਾ ਉਹਦੇ 'ਤੇ ਫਿਰ ਰੰਜਿਸ਼ ਕਰਦੇ ਆ ਉਹ ਅਸੀਂ ਬਸ ਬਾਹਰ ਖੜੇ ਸੀ ਉਹ ਅਚਾਨਕ ਹੀ ਬਸ ਸਾਡੇ 'ਤੇ ਕਰਤਾ ਉਹਨੇ ਛੁਰੀ ਜੀ ਕੋਈ ਚਮਚਾ ਲੈ ਕੇ ਅਟੈਕ ਕਰਤਾ ਸਾਡੇ 'ਤੇ। ਕਿੰਨੇ ਮੁਲਾਜ਼ਮ ਜ਼ਖਮੀ ਹੋਏ? ਮੇਰੇ ਖਿਆਲ ਦੋ ਹੀ ਆ ਸੀ, ਮੈਂ ਤੇ ਪ੍ਰੀਤਮ। ਤੁਹਾਡਾ ਕੀ ਨਾਮ? ਮੇਰਾ ਨਾਮ ਤਰਸੇਮ। ਪਹਿਲਾਂ ਵੀ ਇਦਾਂ ਦੀਆਂ ਘਟਨਾ ਹੋਈਆਂ ਮੁਲਾਜ਼ਮਾਂ ਦੇ ਨਾਲ ਜਾਂ ਪਹਿਲੀ ਵਾਰੀ ਹੋਈ? ਸਾਡੀ ਜੇਲ੍ਹ 'ਚ ਤਾਂ ਪਹਿਲੀ ਵਾਰੀ ਹੋਈ ਹੈ ਵੈਸੇ, ਉਹ ਆਮ ਹੋ ਹੀ ਜਾਂਦੀਆਂ ਹੋਈ ਕੋਈ ਮਾੜੀ ਮੋਟੀ। ਪਰ ਮੁਲਾਜ਼ਮਾਂ ਤੇ ਹਮਲਾ ਨਹੀਂ ਹੋਇਆ? ਹੈਂ? ਮੁਲਾਜ਼ਮਾਂ ਤੇ ਹਮਲਾ ਤਾਂ ਨਹੀਂ ਹੋਇਆ ਕਦੇ? ਨਹੀਂ, ਅੱਗੇ ਕਦੇ ਨਹੀਂ ਹੋਇਆ। ਅੱਜ ਵੀ ਬਸ ਅਸੀਂ ਤਾਂ ਵੇਸਲੇ ਜਿਹੇ ਹੋਏ ਖੜੇ ਸੀਗੇ, ਜੇ ਅਸੀਂ ਅਲਰਟ ਹੁੰਦੇ ਸ਼ਾਇਦ ਅੱਜ ਵੀ ਨਾ ਹੁੰਦਾ। ਅਸੀਂ ਤਾਂ ਆਰਾਮ ਨਾਲ ਗੱਲਾਂ ਕਰੀ ਜਾਂਦੇ ਸੀ ਬਸ। ਮਸੀਹ ਭਾਈਚਾਰੇ ਵੱਲੋਂ ਗੁਰਦਾਸਪੁਰ ਵਿੱਚ 4 ਨਵੰਬਰ ਨੂੰ ਇੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਗੁਰਦਾਸਪੁਰ ਸ਼ਹਿਰ ਅੰਦਰ ਵੱਖ-ਵੱਖ ਜਗ੍ਹਾ ਤੇ ਬੈਨਰ ਅਤੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਕਰੂਸ਼ੈਡ ਧਰਮਯੁੱਗ ਸ਼ਬਦ ਦਾ ਇਸਤੇਮਾਲ ਵੀ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਅਤੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਡੀਐਸਪੀ ਸੁਖਪਾਲ ਸਿੰਘ ਨੇ ਦੋਨਾਂ ਧਿਰਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਮਸੀਹ ਭਾਈਚਾਰੇ ਦੇ ਆਗੂਆਂ ਨੂੰ ਕਿਹਾ ਹੈ ਕਿ ਪੋਸਟਰਾਂ ਦੇ ਉੱਪਰੋਂ ਇਹ ਸ਼ਬਦ ਹਟਾਇਆ ਜਾਵੇ। ਥਾਣਾ ਬੱਬਰੀ ਦੇ ਵਿੱਚ ਇੱਕ ਕ੍ਰਿਸਚਨ ਭਾਈਚਾਰੇ ਵਾਲੇ ਜਿਹੜਾ ਪ੍ਰੋਗਰਾਮ ਕਰ ਰਹੇ ਸੀ, ਉਹ 'ਚ ਸੁਖਪਾਲ ਰਾਣਾ ਜਿਹੜੇ ਪਾਸਟਰ ਸਨ, ਉਹਨਾਂ ਨੇ ਇੱਕ ਕੁਰਸ਼ੇਡ ਸ਼ਬਦ ਲਿਖਤਾ ਕਿ ਉਹਦਾ ਪ੍ਰੋਗਰਾਮ ਕਰਾਇਆ ਜਾ ਰਿਹਾ। ਇਹ ਜਿਹੜਾ ਸ਼ਬਦ ਹੈ ਇਹਦੀ ਜਿਹੜੀ ਆ ਉਹਨਾਂ ਨੂੰ ਸ਼ਾਇਦ ਇਹਨਾਂ ਨਹੀਂ ਸੀ ਮੀਨਿੰਗ ਪਤਾ, ਇਸ ਕਰਕੇ ਉਹ ਅੱਜ ਜਦੋਂ ਦੋਨੇ ਪਾਰਟੀਆਂ, ਕਿਉਂਕਿ ਕੁਝ ਲੋਕਾਂ ਸਿੱਖ ਜਥੇਬੰਦੀਆਂ ਜਾਂ ਹੋਰਨਾਂ ਲੋਕਾਂ ਨੇ ਆਬਜੈਕਸ਼ਨ ਇਹ 'ਤੇ ਠਾਏ, ਤਾਂ ਅਸੀਂ ਕਾਉਂਸਲਿੰਗ ਲਈ ਦੋਨੇ ਪਾਰਟੀਆਂ ਨੂੰ ਆਪਣੇ ਦਫ਼ਤਰ ਬੁਲਾ ਲਿਆ ਸੀ। ਬੈਠ ਕੇ ਗੱਲ ਇਹ ਨਿਕਲੀ ਵੀ ਉਹਨਾਂ ਕਿਹਾ ਵੀ ਅਸੀਂ ਕੁਰਸ਼ੇਡ ਸ਼ਬਦ ਦੀ ਵਰਤੋਂ ਨਹੀਂ ਕਰਾਂਗੇ। ਉਹਨਾਂ ਨੇ ਜਿੰਨੇ ਵੀ ਪੋਸਟਰ ਛਾਪੇ ਸੀ ਕੁਰਸ਼ੇਡ ਨਾਂ ਦੇ, ਉਹ ਸਾਰੇ ਉਹਨਾਂ ਨੇ ਜਿਹੜੇ ਹੈਗੇ ਉਹਨੂੰ ਖਤਮ ਕਰਤਾ, ਕੁਰਸ਼ੇਡ ਨੂੰ ਉੱਥੇ ਪ੍ਰਾਰਥਨਾ ਲਿਖਤਾ। ਹੁਣ ਇਹਨਾਂ ਨੇ ਜਿੰਨੀ ਕੁ ਅਣਜਾਣੇ 'ਚ ਜਿਹੜੀ ਗਲਤੀ ਵੀ ਹੋਈ ਹੈ ਕੁਰਸ਼ੇਡ ਦੀ, ਉਹ 'ਚ ਉਹਨਾਂ ਨੇ ਸੌਰੀ ਵੀ ਕਹਿ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਇਨ ਫਿਊਚਰ ਵੀ ਅਸੀਂ ਇਹ ਸ਼ਬਦ ਦੀ ਵਰਤੋਂ ਨਹੀਂ ਕਰਾਂਗੇ ਜਿਹਦੇ ਨਾਲ ਦੂਜਿਆਂ ਨੂੰ ਠੇਸ ਪਹੁੰਚਦੀ ਹੈ। ਇਸ ਕਰਕੇ ਇਹਨਾਂ ਨੇ ਹੁਣ ਉਹ ਸਿਰਫ ਪ੍ਰਾਰਥਨਾ ਹੀ ਕਰਨੀ ਹੈ, ਲੋਕਾਂ ਨੇ ਮੱਥਾ ਹੀ ਟੇਕਣਾ। ਉੱਥੇ ਕੁਰਸ਼ੇਡ ਨਾਂ ਦਾ ਕੋਈ ਭਾਸ਼ਣ, ਕੋਈ ਉੱਥੇ ਇੱਦਾਂ ਦੀ ਚਰਚਾ ਨਹੀਂ ਹੋਣੀ। ਇਹ ਸਾਨੂੰ ਉਹਨਾਂ ਨੇ ਪਾਸਟਰ ਜੀ ਨੇ ਤਾਂ ਉਹਨਾਂ ਦੇ ਜਿੰਨੇ ਵੀ ਪ੍ਰਬੰਧਕ ਨੇ ਜਿਹੜੇ ਹੈਗੇ ਨੇ, ਉਹਨਾਂ ਨੇ ਸਾਰਿਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਅੱਜ ਇਹਨਾਂ ਦਾ ਜਿਹੜਾ ਇਸ਼ੂ ਖਤਮ ਹੋ ਗਿਆ। ਇਹਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੋਈ ਆ ਵੀ ਜਿਹੜੇ ਕੁਝ ਲੋਕ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹਾਈਪਰ ਹੋਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਲਈ ਇਹਨਾਂ ਦੋਨਾਂ ਪਾਰਟੀਆਂ ਨੇ ਇਹ ਫੈਸਲਾ ਲੈ ਕੇ ਇੱਕ ਬਹੁਤ ਵੱਡਾ ਕਦਮ ਪੁੱਟਿਆ, ਜਿਹਦੇ ਨਾਲ ਇਹ ਪਤਾ ਲੱਗ ਗਿਆ ਵੀ ਜੇਕਰ ਚੰਗੇ ਮਾਹੌਲ 'ਚ ਬੈਠ ਕੇ ਗੱਲ ਕੀਤੀ ਜਾਵੇ ਤਾਂ ਵੱਡੇ ਤੋਂ ਵੱਡੇ ਇਸ਼ੂ ਵੀ ਹੁਣੋਂ ਟਲ ਸਕਦੇ ਆ। ਤਾਂ ਮੈਂ ਆਪਣੀ ਪੁਲਿਸ ਵੱਲੋਂ ਜਿਹੜਾ ਹੈਗਾ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਡੀ ਕਾਉਂਸਲਿੰਗ ਦੇ ਦੌਰਾਨ ਸਾਡੀਆਂ ਗੱਲਾਂ ਮੰਨ ਕੇ, ਕੁਝ ਆਪ ਹੀ ਇਹਨਾਂ ਨੇ ਸਾਡੇ ਅੱਗੇ ਇੰਨੇ ਚੰਗੀਆਂ ਗੱਲਾਂ ਰੱਖੀਆਂ ਦੋਨਾਂ ਨੇ, ਤੇ ਜਿਹਦੇ ਨਾਲ ਇਹਨਾਂ ਨੇ ਮਸਲਾ ਹੱਲ ਕਰ ਲਿਆ। ਅਨਾਜ ਮੰਡੀ ਅਬੋਹਰ ਵਿੱਚ ਝੋਨੇ ਨੂੰ ਲੈ ਕੇ ਆਏ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਇੱਕ ਕਿਸਾਨ ਵੱਲੋਂ ਸੰਬੰਧਿਤ ਅਧਿਕਾਰੀਆਂ ਨੂੰ ਇਸ ਦੀ ਲਿਖਤ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਕਿਸਾਨ ਮਹਿੰਦਰ ਦਾ ਕਹਿਣਾ ਹੈ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਅਨਾਜ ਮੰਡੀ ਅਬੋਹਰ ਵਿੱਚ ਆਪਣਾ ਝੋਨਾ ਲੈ ਕੇ ਆਇਆ ਸੀ ਤੇ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਦਾ ਝੋਨਾ ਮੰਡੀ ਵਿੱਚ ਹੀ ਰੁਲ ਰਿਹਾ ਹੈ। ਸਾਹਿਬ ਨੂੰ ਮਿਲਣ ਗਏ ਸੀ, ਉੱਥੋਂ ਮਿਲ ਕੇ ਆਣ ਕੇ ਮੰਡੀ ਜਿਵੇਂ ਅੱਜ ਸਾਨੂੰ ਇਹਨਾਂ ਕਿਹਾ ਸੀ ਖਾਲੀ ਹੋ ਜਾਏਗੀ, ਸਾਰੇ ਇੰਸਪੈਕਟਰਾਂ ਨੇ ਵਿਸ਼ਵਾਸ ਦਿਵਾਇਆ ਸੀਗਾ। ਨਾਲ ਸਾਡਾ ਐਸਡੀਐਮ ਸਾਹਿਬ ਬੈਠੇ ਸੀਗੇ, ਨਾਲ ਸੈਕਟਰੀ ਸਾਹਿਬ ਬੈਠੇ ਸੀ। ਇਹਨਾਂ ਕਿਹਾ ਸੀ ਵੀ ਮੰਡੀ ਬਿਲਕੁਲ ਕਲੀਨ ਦਿਸੇਗੀ ਤੁਹਾਨੂੰ, ਸਾਰੀ ਬਾਰਦਾਨਾ ਜਿੰਨੇ ਵੀ ਗੱਟੇ ਪੈਣੇ ਚੱਕੇ ਜਾਣਗੇ, ਕਿਸਾਨਾਂ ਦਾ ਝੋਨਾ ਸਬੂਤ ਯਾਨੀ ਕਿ ਛੱਡਾਂ ਥੱਲੇ ਹੋਵੇਗਾ। ਅਸੀਂ ਹੁਣ ਇੱਥੇ ਜਿਵੇਂ ਵੀ ਆਏ ਹਾਂ, ਹਾਲਾਤ ਤਿਉਂ ਉੱਦਾਂ ਦੇ ਹੀ ਬਣੇ ਹੋਏ ਨੇ। ਤੇ ਇੱਕ ਅੱਜ ਆਹ ਕਿਸਾਨ ਸੀ, ਪਹਿਲਾਂ ਤਾਂ ਤੁਹਾਨੂੰ ਬੱਚਿਆਂ ਬਾਰੇ ਪਤਾ ਹੋਣਾ ਵੀ ਕਿੱਦਾਂ ਆਪਾਂ ਬੱਚੇ ਫੜੇ ਆ, ਕਿੰਨਾ ਨਿੱਕੇ ਨਿੱਕੇ ਬੱਚੇ ਸੀਗੇ 5-4 ਸਾਲਾਂ ਦੇ, ਜਿਹੜੇ ਝੋਨਾ ਲੈ ਕੇ ਭੱਜਦੇ ਜਾਂਦੇ ਸੀ। ਹੁਣ ਆਹ ਵੀਰ ਆ, ਇਹ ਆਪਣੇ ਨਾਲ ਖੜਾ ਏ, ਇਹਦੇ ਨਾਲ ਕਿੱਦਾਂ 6-7 ਦਿਨਾਂ ਦੇ ਵਿੱਚ ਝੋਨਾ ਇਹਦਾ ਤੋਲਿਆ ਨਹੀਂ, ਤੇ ਬਾਰਗਿੰਗ ਕਿੱਦਾਂ ਹੋ ਰਹੀ ਸੀ ਵੀ ਤੇਰਾ ਝੋਨੇ ਦੀ ਇੰਨੀ ਕਾਟ ਦੇਵਾਂਗੇ। ਇਹਦੇ ਕੋਲ ਵੀਡੀਓ ਵੀ ਆਡੀਓ ਹੈਗੀ ਜਿਹੜੀ ਹੈਗੀ ਆ। ਇਸ ਵਾਸਤੇ ਇੱਕ ਹੁਣ ਆੜਤੀਆ ਅੰਦਰ ਆਇਆ ਬੈਠਾ ਜਿਹੜਾ ਸਾਨੂੰ ਮਿਲਿਆ ਸੀਗਾ, ਉਹਨੇ ਕਿਤੇ ਆਪਣੇ ਸ਼ੈਲਰ ਵਾਲੇ ਦੇ ਨਾਲ ਸਿੱਧਾ ਝੋਨੇ ਦੀ ਡਾਇਰੈਕਟਲੀ ਸੈਟਿੰਗ ਕੀਤੀ ਹੋਈ ਸੀ। ਕੋਈ 30,000 ਗੱਟੇ ਦੀ, ਉਹਦਾ ਕੋਈ 1000-1200 ਗੱਟਾ ਚੱਕਿਆ ਗਿਆ। ਉਹਦੇ ਵਿੱਚ ਪਨ ਗ੍ਰੇਨ ਜਿਹੜੀ ਆਪਣੀ ਏਜੰਸੀ ਆ, ਉਹਦਾ ਹੁਣ ਇੰਸਪੈਕਟਰ ਤੁਹਾਡੇ ਸਾਹਮਣੇ ਸੀ, ਜਿਹਨੇ ਇਸ ਟਾਈਮ ਪੂਰੀ ਡਰਿੰਕ ਕੀਤੀ ਹੋਈ ਸੀਗੀ।
ਪੂਰੀ ਡਰਿੰਕ ਕੀਤੀ ਦੇ ਵਿੱਚ ਆਪਾਂ ਜਿੰਨੀ ਗੱਲ ਕੀਤੀ ਉਹਨੇ ਡਰਿੰਕ ਕੀਤੀ ਹੋਈ ਸੀ। ਉਹਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਜਿਵੇਂ ਉਹ ਬੋਲ ਰਿਹਾ ਸੀ, ਉਹਦੇ ਚਿਹਰੇ ਦੇ ਭਾਵ ਜੋ ਦਾਰੂ ਵਾਲੇ ਸੀ। ਤੇ ਜੇ ਇਦਾਂ ਦੇ ਹਾਲਾਤਾਂ ਵਿੱਚ ਕਿਸਾਨ ਦੀ ਰੋਟੀ ਜਿਹੜੀ ਹੈਗੀ ਆ ਟੱਪ ਨਹੀਂ ਰਹੀ, ਤੇ ਜਿਹੜੇ ਇੱਥੋਂ ਦੇ ਅਫਸਰ ਆ ਇਹ ਵੇਲੇ ਨਾਲ ਇੰਜੋਏ ਕਰਕੇ ਫਿਰਦੇ ਆ, ਕਿਸਾਨ ਦੀ ਸ਼ਰੇਆਮ ਲੁੱਟ ਹੋ ਰਹੀ ਆ। ਤੇ ਇਸ ਮੰਡੀ ਵੱਲ ਮੇਰੇ ਹਿਸਾਬ ਨਾਲ ਕਿਸੇ ਪ੍ਰਸ਼ਾਸਨ ਅਧਿਕਾਰੀ ਦਾ ਕਿਸੇ ਵੀ ਇੱਥੋਂ ਦੇ ਲੋਕਲ ਜਿੰਨਾ ਵੀ ਆਪਣਾ ਪ੍ਰਸ਼ਾਸਨ ਹੁੰਦਾ ਕੋਈ ਧਿਆਨ ਨਹੀਂ। ਪੂਰੀ ਬਾਰਗਿੰਗ ਦੇ ਨਾਲ ਝੋਨਾ ਜਿਹੜਾ ਪਹਿਲਾਂ ਇਹਨਾਂ ਨੇ ਆਰਓ ਇੱਥੇ ਲਾਅ ਨਹੀਂ ਕੀਤੇ, ਜਦੋਂ ਹੁਣ ਝੋਨਾ ਪੀਕ ਤੇ ਆ ਕਿਸੇ ਪਾਸੇ ਲਾਅ ਨਹੀਂ, ਕੋਈ ਗੱਡੀ ਨਹੀਂ ਟੱਪ ਸਕਦੀ, ਹੁਣ ਆਰਓ ਸੱਦੇ ਨੇ, ਆਰਓ ਵਾਲੇ ਬਾਰਕਿੰਗ ਕਰਕੇ ਆਪਦੀ ਮਰਜ਼ੀ ਨਾਲ ਬਾਹਰ ਦਾ ਬਾਹਰ ਜਿਹੜਾ ਹੈਗਾ ਝੋਨਾ ਖਰੀਦ ਰਹੇ ਨੇ। ਜਿਹੜਾ ਇੰਸਪੈਕਟਰਾਂ ਨਾਲ ਸੈਟਿੰਗ ਕੀਤੀ, ਇਨਵੋਲਵਮੈਂਟ ਹੀ ਨਹੀਂ ਇੰਸਪੈਕਟਰ ਹੋ ਰਹੇ ਉਹਦੇ ਵਿੱਚ, ਕਿਸਾਨ ਕੋਲ ਜਗ੍ਹਾ ਨਹੀਂ ਹੈਗੀ, ਝੋਨਾ ਕਿੱਥੇ ਖਿਲਾਰੇ। ਸਾਲ 2008 ਵਿੱਚ ਗੁਮਟਾਲਾ ਜੇਲ੍ਹ ਵਿੱਚ ਪੁੱਲੇ ਨਹੰਗ ਨੂੰ 2 ਨੌਜਵਾਨਾਂ ਵੱਲੋਂ ਜੇਲ੍ਹ ਵਿੱਚ ਸੌਦਾ ਲਾਇਆ ਜਾਂਦਾ ਹੈ ਤੇ ਉਸ ਨੂੰ ਜਿੰਦਾ ਜੇਲ੍ਹ ਵਿੱਚ ਸਾੜ ਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਅਤੇ ਹੁਣ ਉਸੇ ਉੱਤੇ ਆਧਾਰਿਤ ਇੱਕ ਫਿਲਮ ਜੋ ਕਿ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਵਿਰੋਧ ਉਹ 2 ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਅੱਜ ਜਿਹੜਾ ਇੱਕ ਮੁੱਦਾ ਬੜਾ ਗੰਭੀਰ ਸਾਹਮਣੇ ਆਇਆ ਹੈ ਕਿ 2008 ਦੇ ਵਿੱਚ ਗੁਮਟਾਲਾ ਜੇਲ੍ਹ ਦੇ ਵਿੱਚ ਨਿਹੰਗ ਅਜੀਤ ਸਿੰਘ ਪੂਲੇ ਨੂੰ ਅੱਗ ਲਗਾ ਕੇ ਜੀਦੇ ਨੂੰ ਜਲਾ ਦਿੱਤਾ ਗਿਆ ਸੀਗਾ ਔਰ ਉਸ ਕੇਸ ਦੇ ਵਿੱਚ ਸਾਡੇ ਨਾਮ ਨਾਮਜ਼ਦ ਹੋਏ ਸਨ। ਮੇਰਾ ਨਵਤੇਜ ਸਿੰਘ, ਦੂਸਰਾ ਹਰਚੰਦ ਸਿੰਘ, ਹਰਪ੍ਰੀਤ ਸਿੰਘ ਔਰ 3-4 ਨਾਮ ਹੋਰ ਸੀਗੇ, ਉਹ ਬਾਅਦ ਵਿੱਚ ਨਿਕਲ ਗਏ ਸੀਗੇ। ਉਸ ਵਾਕਿਆ ਦੇ ਉੱਤੇ, ਉਸ ਕਾਂਡ ਉੱਪਰ ਸਾਨੂੰ ਪਤਾ ਲੱਗਾ ਹੈ ਕਿ ਕੋਈ ਪਿਕਚਰ ਬਣ ਰਹੀ ਹੈ ਔਰ ਜਦੋਂ ਉਸ ਪਿਕਚਰ ਨੂੰ ਸਾਨੂੰ ਅਚਾਨਕ ਪਤਾ ਲੱਗਾ ਕਿ ਉਹ ਪਿਕਚਰ ਬਣ ਕੇ ਤਿਆਰ ਵੀ ਹੋ ਗਈ ਆ। ਸਾਡੇ ਕੋਲੋਂ ਕਿਸੇ ਨੇ ਨਹੀਂ ਕੁਝ ਪੁੱਛਿਆ, ਸਾਡੇ ਕੋਲੋਂ ਕੋਈ ਜਾਣਨ ਦੀ ਕੋਸ਼ਿਸ਼ ਨਹੀਂ, ਕਿ ਸਾਰੀ ਕਹਾਣੀ ਦਾ ਤੇ ਸਾਨੂੰ ਹੀ ਪਤਾ ਸੀ ਨਾ ਕਿ ਕਿੱਦਾਂ ਅੰਦਰ ਹੋਇਆ, ਕੀ ਅੰਦਰ ਹੋਇਆ, ਉਹ ਸਾਡੇ ਕੋਲ ਕਿਸੇ ਨੇ ਨਹੀਂ ਪੁੱਛਿਆ। ਤੇ ਬਸ ਆਪਣੀ ਮਨ ਘੜਤ ਜੋ ਮਨ 'ਚ ਆਇਆ ਉੱਦਾਂ ਕਰਕੇ ਜੋ ਸੁਣੀਆਂ ਸੁਣਾਈਆਂ ਗੱਲਾਂ ਉਹਨਾਂ ਦੇ ਹਿਸਾਬ ਨਾਲ ਫਿਲਮ ਤਿਆਰ ਕਰ ਦਿੱਤੀ ਇਹਨਾਂ ਨੇ, ਜਿਹਦਾ ਨਾਂ ਕੋਈ ਇਹਨਾਂ ਨੇ ਮਸੰਦ ਵਗੈਰਾ ਰੱਖਿਆ ਹੈ। ਔਰ ਇਹਦੇ ਵਿੱਚ ਪ੍ਰੋਡਿਊਸਰ ਆ ਕੋਈ ਵਿਨੇ ਜਿੰਦਲ ਔਰ ਵਿਕਰਾਂਤ ਸਿੱਧੂ ਆ ਕੋਈ, ਜਿਹੜੇ ਇਹ ਕਰ ਰਹੇ ਨੇ। ਪਰ ਇਹ ਬਹੁਤ ਹੀ ਇਹਨਾਂ ਨੇ ਘਟੀਆ ਹਰਕਤ ਕੀਤੀ ਆ ਕਿ ਮਤਲਬ ਤੁਸੀਂ ਜਿਨ੍ਹਾਂ ਬੰਦਿਆਂ ਦੀ ਸਟੋਰੀ ਆ ਤੁਸੀਂ ਉਹਨਾਂ ਕੋਲ ਪੁੱਛਗਿੱਛ ਨਹੀਂ ਕੀਤੀ ਜਾ ਕੇ ਉਹਨਾਂ ਨੂੰ ਦਿਖਾਓ। ਲੋਕੀ ਤਾਂ ਮੰਨ ਲਓ 20 ਮਿੰਟ ਦੀ ਪਿਕਚਰ ਬਣ ਜੇ ਤੇ ਫਿਰ ਉਹਨਾਂ ਨੂੰ ਦਿਖਾਈ ਜਾਂਦੀ ਆ ਕਿ ਆ ਦੇਖੋ 20 ਮਿੰਟ ਦੀ ਪਿਕਚਰ ਬਣ ਗਈ, ਤੁਹਾਡੇ ਹਿਸਾਬ ਨਾਲ ਠੀਕ ਹੈ ਨਾ, ਸਾਰਾ ਕੁਝ ਠੀਕ ਚੱਲ ਰਿਹਾ। ਕਿਉਂਕਿ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਅਗਰ ਉਹ ਮੈਟਰ ਤੇ ਪਿਕਚਰ ਬਣੇ ਤੇ ਬਿਲਕੁਲ ਓਰੀਜਨਲ ਔਰ ਸਾਰਾ ਕੁਝ ਰਿਐਲਿਟੀ ਦੇ ਤੌਰ ਤੇ ਲੋਕਾਂ ਸਾਹਮਣੇ ਆਏ, ਸੱਚਾਈ ਸਾਹਮਣੇ ਆਏ। ਪਰ ਸਾਨੂੰ 3 ਸਾਲਾਂ 'ਚ ਕੋਈ ਮਿਲਿਆ ਨਹੀਂ। 3 ਸਾਲ ਫਿਲਮ ਬਣਦੀ ਨੂੰ ਹੋ ਗਏ ਨੇ, 3 ਸਾਲ ਸਾਨੂੰ ਤਾਂ ਕੋਈ ਮਿਲਿਆ ਨਹੀਂ। ਇਹਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਜੋ ਵੀ ਇਹਨਾਂ ਨੇ ਮਨ ਘੜਤੀ ਡਾਇਲੌਗ ਮਾਰੇ ਨੇ ਔਰ ਆਪੇ ਹੀ ਜੋ ਸੁਣੀਆਂ ਸੁਣਾਈਆਂ ਗੱਲਾਂ ਵਿੱਚ ਪਾਤੀਆਂ ਨੇ। ਤੇ ਦੂਜੀ ਗੱਲ ਇਹ ਹੈ ਕਿ ਪ੍ਰੋਪਰ ਡੀ ਗ੍ਰੇਡ ਦੀ ਫਿਲਮ ਆ, ਕੋਈ ਇਹਦੇ ਵਿੱਚ ਚੰਗਾ ਕਰੈਕਟਰ ਨਹੀਂ ਗਾ, ਕੋਈ ਹੀਰੋ ਕੋਈ ਵਿਲਨ, ਸਭ ਇਹਨਾਂ ਨੇ ਇਦਾਂ ਹੀ ਇਕੱਠੇ ਕੁੱਠੇ ਕਰਕੇ 20-25 ਜਾਣੇ ਤੇ ਫਿਲਮ ਬਣਾ ਲਈ ਕਿ ਚਲੋ ਕਨਸੈਪਟ ਵੱਡਾ ਵਾ ਤੇ ਚਲੋ 4 ਪੈਸੇ ਹੀ ਕਮਾਵਾਂਗੇ। ਤੇ ਹੁਣ ਸਾਨੂੰ ਲੱਗਾ ਪਤਾ ਕਿ ਇਹ ਰਿਲੀਜ਼ ਕਰਨ ਲੱਗੇ ਨੇ, ਕੋਈ 10-12 ਦਿਨਾਂ ਤੱਕ ਇਹਨਾਂ ਨੇ ਰਿਲੀਜ਼ ਕਰਨੀ ਹੈ ਫਿਲਮ। ਪਰ ਆਪਾਂ ਪਹਿਲਾਂ ਹਾਈ ਕੋਰਟ 'ਚ ਜਾਵਾਂਗੇ ਔਰ ਹਾਈ ਕੋਰਟ 'ਚ ਜਾ ਕੇ ਤੇ ਇਹਦੇ ਖਿਲਾਫ ਆਪਾਂ ਇਹਦਾ ਸਟੇ ਲਵਾਂਗੇ। ਔਰ ਦੂਜੀ ਗੱਲ ਹੋਰ ਆ, ਅਜੇ ਸਾਡਾ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ, ਸਾਡਾ ਕੇਸ ਅਜੇ ਕਾਫੀ ਗਰਮਾਇਆ ਹੋਇਆ ਹੈ, ਕੋਈ ਵੀ ਬੰਦਾ ਰਿਟ ਪਾ ਸਕਦਾ ਹਾਈ ਕੋਰਟ 'ਚ ਜਾ ਕੇ। ਬਟਾਲਾ ਦੇ ਸਰਹੱਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਕੋਟ ਮੋਲਵੀ ਵਿੱਚ ਇੱਕ ਕਿਸਾਨ ਦੀਆਂ ਅੱਖਾਂ ਸਾਹਮਣੇ ਪੁੱਤਰਾਂ ਵਾਂਗ ਰੱਖਿਆ ਟਰੈਕਟਰ ਅਤੇ ਸੁਪਰ ਸੀਡਰ ਧੂੰ ਕਰਕੇ ਸੜ ਗਿਆ। ਕੁਝ ਹੀ ਸਮੇਂ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਵੇਲੇ ਕਿਸਾਨ ਟਰੈਕਟਰ ਅਤੇ ਸੁਪਰ ਸੀਡਰ ਨਾਲ ਆਪਣੇ ਖੇਤਾਂ ਵਿੱਚ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਸੀ ਤਾਂ ਅਚਾਨਕ ਸ਼ਾਰਟ ਸਰਕਟ ਹੋਣ ਨਾਲ ਸੁਪਰ ਸੀਡਰ ਅਤੇ ਟਰੈਕਟਰ ਨੂੰ ਅੱਗ ਲੱਗ ਗਈ ਤੇ ਸਭ ਕੁਝ ਸੜ ਕੇ ਸੁਆਹ ਹੋ ਗਿਆ। ਸੁਪਰ ਸੀਡਰ ਕਰਨ ਡਏ ਹਾਂ ਤੇ ਸੁਪਰ ਸੀਡਰ ਕੋ ਸ਼ਾਰਟ ਸਰਕਲ ਹੋਇਆ ਤੇ ਸ਼ਾਰਟ ਸਰਕਲ ਦੇ ਨਾਲ ਹੀ ਅੱਗ ਲੱਗ ਗਈ ਹੈ। ਅੱਗ ਪਿਛਲੇ ਬੰਨੇ ਉਹਦੇ ਪਲਾਸਟਿਕ ਦੀ ਟੈਂਕੀ ਜਦੋਂ ਪਿਛਲੇ ਬੰਨੇ ਨੂੰ ਅੱਗ ਗਈ ਹੈ ਤੇ ਅੱਗ ਉਹ ਬਲਾਸਟ ਹੋ ਗਈ, ਟੈਂਕੀ ਬਲਾਸਟ ਹੋ ਗਈ ਇੱਕਦਮ। ਅੱਗ ਅਸੀਂ ਬੜੀ ਕੋਸ਼ਿਸ਼ ਕੀਤੀ ਬੁਝਾਉਣ ਦੀ ਪਰ ਨਹੀਂ ਬੁਝੀ। ਜਿਹੜਾ ਟਰੈਕਟਰ ਉਹ 90-95% ਸੜ ਚੁੱਕਾ, ਬਿਲਕੁਲ ਹੀ ਡੈਡ ਹੋ ਗਿਆ। ਟਰੈਕਟਰ ਭਾਜੀ ਨਵੇਂ ਫਰੈਸ਼ ਟਾਇਰ ਪਏ, ਅਜੇ ਟਾਇਰ ਵੀ ਵੇਖੇ ਤੁਸੀਂ, ਵੇਖ ਲਓ ਉਹਦੇ ਵੀਡੀਓ ਦੇ ਵਿੱਚ, ਨਵੇਂ ਚੁੱਕਾ ਹੀ ਨਵਾਂ ਹੀ ਚੜਿਆ ਉਹਨੂੰ। ਇਹ ਵੇਲੇ ਟਾਇਰ ਦਾ ਤੁਸੀਂ ਇਹਦਾ ਰੇਟ ਲਾ ਹੀ ਲਓ ਵੀ ਕਿੰਨਾ ਰੇਟ ਆ।
ਆਪਣੇ ਨਵਾਂ ਕਢਾਈਏ ਤੇ 10 ਲੱਖ ਦਾ ਟਰੈਕਟਰ ਜੀ। ਇਹ ਬਹੁਤ ਮਾੜੀ ਗੱਲ ਹੋਈ ਹੈ ਜੀ, ਜਿਹੜੀ ਵੀ ਘਟਨਾ ਹੋਈ ਹੈ ਕਿਸਾਨ ਦਾ ਜਿਹੜਾ ਬੜਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਤੇ ਬੜੀ ਮਾੜੀ ਗੱਲ ਹੈ। ਜਿਸ ਤਰ੍ਹਾਂ ਦੱਸਿਆ ਇਹਨਾਂ ਨੇ ਮਾਸਟਰ ਜੀ ਹੋਣਾ ਨੇ ਵੀ ਸ਼ਾਰਟ ਸਰਕਟ ਕਰਕੇ ਹੋਇਆ ਨੁਕਸਾਨ ਤੇ ਨੁਕਸਾਨ ਤਾਂ ਤਕਰੀਬਨ ਮੋਸਟ ਪ੍ਰੋਬਬਲੀ 80-85% ਦੇ ਲੱਗ ਸਕੇ ਤਕਰੀਬਨ ਦਿਖਣ ਰਿਹਾ ਹੀ ਆਪਾਂ ਸਾਰਿਆਂ ਨੂੰ। ਕਣਕ ਬੀਜ ਰਹੇ ਹਾਂ, ਮੈਂ ਬੇਸਿਕਲੀ ਟੀਚਰ ਹਾਂ, ਇਹ ਤੋਂ 10 ਕਿਲੋਮੀਟਰ ਮੇਰੀ ਜੌਬ ਹੈ, ਮੈਂ ਉੱਥੇ ਹਾਂ ਤੇ ਡਰਾਈਵਰ ਮੇਰਾ ਜਿਹੜਾ ਉਹ ਕਣਕ ਬੀਜ ਰਿਹਾ ਸੀ। ਕੋਈ 7-8 ਸਾਲ 10 ਸਾਲ ਤੋਂ ਲਗਭਗ ਮੈਂ ਅੱਗ ਨਹੀਂ ਲਾ ਰਿਹਾ। 18 ਕਿੱਲੇ ਜ਼ਮੀਨ ਹੈ ਮੇਰੇ ਕੋਲ ਤੇ ਉਹ ਅੱਗ ਜਿਹੜੀ ਸੀ ਉਹ ਪੈਲੀ ਪਹਿਲਾਂ ਖਿਲਾਰ ਰਹੇ ਸੀ ਤੇ ਬਾਅਦ ਵਿੱਚ ਉਹ ਟਰੈਕਟਰ ਨਾਲ ਚਲਾ ਰਹੇ ਸੀ ਤੇ ਕੋਈ ਸ਼ਾਰਟ ਸਰਕਟ ਹੋਇਆ ਟਰੈਕਟਰ ਦੇ ਵਿੱਚੋਂ ਤੇ ਟੈਂਕੀ ਦੇ ਨਾਲ ਉਹ ਸਰਕਟ ਹੋਇਆ। ਟੈਂਕੀ ਪਲਾਸਟਿਕ ਦੀ ਹੋਣ ਕਰਕੇ ਬਲਾਸਟ ਹੋਇਆ। ਮੈਨੂੰ ਉਹਨਾਂ ਨੇ ਫੋਨ ਕੀਤਾ, ਜਿੰਨੇ ਚਿਰ ਨੂੰ ਮੈਂ ਇੱਥੇ ਪਹੁੰਚਿਆ ਉਨੇ ਚਿਰ ਤੱਕ ਟਰੈਕਟਰ ਜਿਹੜਾ ਸੀ ਪੂਰਾ ਤਰ੍ਹਾਂ ਨਾਲ ਸੜ ਚੁੱਕਾ ਸੀ। 1984 ਦੰਗਾ ਪੀੜਤਾਂ ਨੂੰ ਇਨਸਾਫ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਖੰਨਾ GTB ਮਾਰਕੀਟ ਵਿੱਚ ਸਥਾਨਕ ਲੋਕਾਂ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਉਹਨਾਂ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਤੋਂ ਇਨਸਾਫ ਦੀ ਮੰਗ ਕਰਦੇ 1984 ਦੇ ਦੋਸ਼ੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਮੰਗ ਕੀਤੀ। 1984 ਦਿੱਲੀ ਸਿੱਖ ਨਸਲਕੁਸ਼ੀ ਜਿਹੜੀ ਅੱਜ 37 ਸਾਲ ਹੋ ਗਏ ਨੇ, ਸਿੱਖਾਂ ਨੂੰ ਇਨਸਾਫ ਲਈ ਪ੍ਰੋਟੈਸਟ ਕਰਦੇ ਆ, ਤਰਲੇ ਕੱਢਦੇ ਆ, ਅਦਾਲਤਾਂ ਦੇ ਗੇੜੇ ਕੱਢਦੇ ਆ, ਜਿਹੜੇ ਅੱਜ ਤੱਕ ਉਸ ਚੀਜ਼ ਦਾ ਕੋਈ ਇਨਸਾਫ ਨਹੀਂ ਮਿਲਿਆ। ਇਨਸਾਫ ਤਾਂ ਕੀ ਮਿਲਣਾ, ਜਿਹੜੀਆਂ ਉਸ ਸਮੇਂ ਦੀਆਂ ਨਾਨਾਵਤੀ ਰਿਪੋਰਟ, ਮਿਸ਼ਰਾ ਰਿਪੋਰਟ, ਜਿਹੜੀ ਕਮਿਸ਼ਨ ਉਸ ਸਮੇਂ ਦੇ ਤਿਆਰ ਕੀਤੇ ਗਏ ਸੀ, ਜਿਹਦੇ ਵਿੱਚ ਭਾਰਤ ਦੇਸ਼ ਦੇ ਆਪਾਂ ਕਹਿ ਸਕਦੇ ਹਾਂ ਕਿ ਮੁੱਢਲੀ ਕਤਾਰ ਦੇ ਜਿਹੜੇ ਲੀਡਰ ਜਾਂ ਉਸ ਸਮੇਂ ਦੇ ਚੰਗੇ ਕਾਰਕੁਨ, ਜਿਨ੍ਹਾਂ 'ਚ ਰਾਮ ਬਿਲਾਸ ਪਾਸਵਾਨ ਜੀ, AK ਗੁਜਰਾਲ ਜੀ, ਜਰਨਲ ਅਰੋੜਾ ਜੀ ਤੇ ਅਨੇਕਾਂ ਹੀ ਉਹਨਾਂ ਵਰਗੇ ਜਿਹੜੇ ਚੰਗੇ ਇਨਸਾਨ ਸੀ, ਉਹਨਾਂ ਨੇ ਆਪਣਾ ਅੱਖਾਂ ਡਿੱਠਿਆ ਬਿਰਤਾਂਤ ਜਿਹੜਾ ਦੱਸਿਆ, ਉਹਦੇ ਵਿੱਚ ਜਿਹੜੇ ਸਮੇਂ ਦੀ ਹਕੂਮਤ ਦੇ ਅਨੇਕਾਂ ਲੀਡਰ ਜਿਹੜੇ ਆਗੂ ਬਣ ਕੇ ਭੀੜ ਦੇ ਉਸ ਸਮੇਂ ਇਸ ਕਤਲੇਆਮ 'ਚ ਆਪਣਾ ਯੋਗਦਾਨ ਪਾ ਰਹੇ ਸੀ, ਉਹਨਾਂ ਦੀਆਂ ਰਿਪੋਰਟਾਂ 'ਤੇ ਅੱਜ ਤੱਕ ਕਾਰਵਾਈ ਕਿਉਂ ਨਾ ਹੋਈ। ਉਹਨਾਂ ਨੂੰ ਮੰਤਰੀ ਬਣਾ ਕੇ, ਉਹਨਾਂ ਨੂੰ ਤੁਸੀਂ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਸਰਕਾਰਾਂ ਦੇ ਵਿੱਚ, ਤੇ ਜਿਹੜੇ ਲੋਕ ਉਹ ਸਮੇਂ ਉੱਜੜ ਗਏ, ਜਿਨ੍ਹਾਂ ਦੇ ਕਾਰੋਬਾਰ ਲੁੱਟੇ ਗਏ, ਇੱਜ਼ਤਾਂ ਲੁੱਟੀਆਂ ਗਈਆਂ, ਉਹਨਾਂ ਨੂੰ ਘਰ ਉਹਨਾਂ ਦੇ ਸਾੜ ਕੇ ਸਵਾਹ ਕਰ ਦਿੱਤੇ, ਉਹਨਾਂ ਨੂੰ ਘਰ ਦਿੱਤੇ, ਅਲਾਟ ਕੀਤੇ, ਪਰ ਹਕੀਕਤ ਵਿੱਚ ਮਿਲਿਆ ਕੋਈ ਨਹੀਂ। ਔਰ ਜਿਨ੍ਹਾਂ ਨੂੰ ਦਿੱਤੇ ਉਹਨਾਂ ਦੀਆਂ ਜੜ੍ਹਾਂ 'ਚ, ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ ਸੀ, ਕੁੱਟਿਆ ਸੀ, ਜਿਨ੍ਹਾਂ ਨੇ ਉਹਨਾਂ 'ਤੇ ਤਸ਼ੱਦਦ ਢਾਇਆ ਸੀ, ਉਹਨਾਂ ਦੀਆਂ ਜੜ੍ਹਾਂ 'ਚ ਉਹਨਾਂ ਨੂੰ ਉਹ ਮਕਾਨ ਜਿਹੜੇ ਦਿੱਤੇ ਗਏ, ਕੁਆਟਰ ਦਿੱਤੇ ਗਏ। ਉਹਨਾਂ ਨੂੰ ਸਰਕਾਰੀ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ, ਉਹ ਕੋਈ ਇਨਸਾਫ ਨਹੀਂ ਮਿਲਿਆ, ਕੋਈ ਨੌਕਰੀ ਨਹੀਂ ਮਿਲੀ। ਜਿਹੜਾ ਵੀ ਮੁਆਵਜ਼ਾ ਉਹਨਾਂ ਨੂੰ ਕਿਹਾ ਸੀ, ਅਲਾਟ ਕੀਤਾ, ਕੋਈ ਨਹੀਂ ਮਿਲਿਆ। ਸਭ ਤੋਂ ਵੱਡਾ ਜਿਹੜਾ ਉਹ ਲੋਕ ਹਲੇ ਤੱਕ 37 ਸਾਲ ਦੇ ਇਨਸਾਫ ਮੰਗਦੇ ਦਰ-ਬਦਰ ਭਟਕਦੇ, ਆਪ ਹੀ ਦੁਨੀਆ ਤੋਂ ਵਿਚਾਰੇ ਕੂਚ ਕਰ ਗਏ, ਆਪਣੀਆਂ ਉਮਰਾਂ ਭੋਗ ਕੇ ਆਪਣੇ ਦੁੱਖ ਨਾ ਸਹਾਰਦੇ ਹੋਏ ਉਹ ਦੁਨੀਆ ਹੀ ਛੱਡ ਗਏ। ਖੰਨਾ ਵਿੱਚ ਨੈਸ਼ਨਲ ਹਾਈਵੇ ਉੱਪਰ ਪੈਟਰੋਲ ਪੰਪ ਤੇ 2 ਕਰਿੰਦੇ ਤੇ 7 ਲੱਖ ਰੁਪਏ ਦੀ ਲੁੱਟ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਲੁੱਟ ਦੀ ਵਾਰਦਾਤ ਨੂੰ ਇੱਕ ਕਰਿੰਦੇ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ ਤੇ ਪੁਲਿਸ ਨੇ 5 ਆਰੋਪੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਕੋਲੋਂ 4,70,000 कैश बरामद होया है तो एक स्कूटी ते 20 ग्राम हेरोइन भी बरामद हुई है। आज आपको सारों को पता होगा कि 31 तारीख को एक लूट की वारदात हुई थी। 7 लाख की लूट की वारदात हुई थी खन्ना के अंदर, सिटी 2 के एरिया के अंदर। वो पंजाब सर्विस पेट्रोल पंप, पंजाब सर्विस स्टेशन पेट्रोल पंप ਜਿਹੜਾ ਮੰਡੀ ਗੋਬਿੰਦਗੜ੍ਹ ਵਿਖੇ ਹੈਗਾ, ਉੱਥੋਂ 2 ਮੁੰਡੇ ਪੈਟਰੋਲ ਪੰਪ ਦਾ ਜਿਹੜਾ ਕਲੈਕਸ਼ਨ ਹੁੰਦਾ ਹੈ ਉਹ ਲੈ ਕੇ ਬੈਂਕ ਦੇ ਵਿੱਚ ਡਿਪੋਜ਼ਿਟ ਕਰਨ ਲਈ ਜਾ ਰਹੇ ਸੀ। ਉਹਨਾਂ ਦੇ ਨਾਲ ਪਿੱਛੋਂ 2 ਹੋਰ ਮੁੰਡਿਆਂ ਨੇ ਐਕਟਿਵਾ ਤੇ ਆ ਕੇ ਅੱਖ ਦੇ ਵਿੱਚ ਮਿਰਚ ਪਾ ਕੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਕੈਸ਼ ਦੀ ਸਨੈਚਿੰਗ ਕੀਤੀ ਸੀ। तो उस केस ਦੇ ਵਿੱਚ पुलिस ने बड़ी मुस्तैदी दिखाते हुए एक दिन के अंदर ही 24 घंटे के अंदर उसे ट्रेस कर लिया था। जो कैश ले जाने वाले लड़के थे उनमें से जो पीछे बैठा था प्रदीप, वो उसका मास्टरमाइंड है। प्रदीप की जो हमने पूछगिछ की थी उसी से ये चीज़ सामने आई थी कि उसके साथ बाकी 4 और लोग इन्वॉल्व हैं। उनको ट्रेस करते हुए CCTV फुटेज और जो टेक्निकल एविडेंस है उसको लेकर हमने जो है बाकी के 4 अक्यूज़ को भी पकड़ लिया है। उनसे हमें कैश की रिकवरी भी हो गई है।
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਜੀਟੀ ਰੋਡ ਤੇ ਪੈਂਦੇ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਬੀਤੀ ਰਾਤ ਚੋਰਾਂ ਨੇ ਪਾੜ ਲਗਾ ਕੇ ਬੈਂਕ ਦੇ ਲੋਕਰ ਰੂਪ ਵਿੱਚੋਂ 7 ਲੋਕਰ ਤੋੜ ਦਿੱਤੇ ਤੇ ਇਸ ਦੌਰਾਨ ਚੋਰ 4 ਲੋਕਰਾਂ ਵਿੱਚੋਂ ਕੀਮਤੀ ਸਮਾਨ ਤੇ ਨਕਦੀ ਲੈ ਕੇ ਫਰਾਰ ਹੋ ਗਏ, ਜਿਸ ਦੀ ਸੂਚਨਾ सवेरे बैंक कर्मचारियों ने पुलिस को दी। 15 तोले मेरी बेटी का सोना था। कितनी देर पहले रखा था? अब 2.5 महीने पहले रखा था। भाई फोन आया, मिस्टर डीएसपी साहब का फोन आया है। आपका लॉकर बिल्कुल खाली पड़ा है? हाँ जी बिल्कुल खाली है। क्या पुलिस ने क्या प्रॉमिस किया है आपको? कुछ वो कह रहे हैं कि पता करेंगे। हाँ जी। आपका क्या नाम है? कविता चोपड़ा जी। 2-2.5 महीने हुए रखा है। किस नाम से था लॉकर? संजीव कुमार के नाम से। हाँ जी। मेरा नाम राकेश करकरा जी ते सेंट्रल बैंक च मेरा लॉकर है। मैनू डीएसपी साहब का फोन गया सी भी कुछ चोरी हो गई उत्थे, जिहदे विच मेरा लॉकर भी मतलब चोरी हो गया। हुण ये पता नहीं है भी उत्थों की गया की नहीं। कुछ कागज पत्तर भी सी, कुछ गोल्ड भी सी घरदियां दा बच्चियां दा, ਉਹਦੇ ਬਾਰੇ ਮੈਨੂੰ ਪਤਾ ਨਹੀਂ ਹੈ ਵੀ ਕੀ ਪਿਆ ਸੀ। ਉਹ ਲੇਡੀਜ਼ ਨੂੰ ਪਤਾ, ਉਹ ਦੱਸ ਦੇਣਗੇ, ਫਿਰ ਲਿਖਵਾ ਦਾਂਗੇ। ਹਾਂ, ਚੈੱਕ ਕਰਨ ਤੋਂ ਬਾਅਦ ਕਲੀਅਰ ਹੋ ਜਾਊਗਾ ਵੀ ਕੀ ਸੀਗਾ ਕੀ ਨਹੀਂ। ਦੇਖੋ ਸੈਂਟਰਲ ਬੈਂਕ ਆਫ ਇੰਡੀਆ ਇੱਥੇ ਗੋਬਿੰਦਗੜ੍ਹ ਬ੍ਰਾਂਚ ਦੇ ਵਿੱਚ ਰਾਤ ਥੈਫਟ ਹੋਈ ਹੈ, ਪਾੜ ਚੋਰੀ ਦੀ। ਕੋਈ ਨਾਮਾਲੂਮ ਵਿਅਕਤੀਆਂ ਨੇ ਬੈਂਕ ਦਾ ਜਿਹੜਾ ਨਾਲ ਇੱਕ ਗੁਆਂਢ ਦੇ ਵਿੱਚ ਖਾਲੀ ਪਲਾਟ ਹੈ, ਉਸ ਪਲਾਟ 'ਚ ਐਗਜ਼ੌਸਟ ਫੈਨ ਵਾਲੀ ਜਗ੍ਹਾ ਨੂੰ ਤੋੜ ਕੇ ਉਹਦੇ 'ਚੋਂ ਐਂਟਰ ਕੀਤੇ ਨੇ। ਉਸ ਤੋਂ ਬਾਅਦ ਨੀਚੇ ਬੇਸਮੈਂਟ ਦੇ ਵਿੱਚ ਜਿੱਥੇ ਇਹਨਾਂ ਦਾ ਸਟਰੋਂਗ ਰੂਮ ਹੈ, ਬੇਸਮੈਂਟ ਦੀਆਂ ਪੌੜੀਆਂ ਦੇ ਵਿੱਚ ਵੀ ਇੱਕ ਐਗਜ਼ੌਸਟ ਫੈਨ ਲੱਗਿਆ, ਉਹਨੂੰ ਉਹਨੂੰ ਵੀ ਤੋੜ ਕੇ ਸਟਰੋਂਗ ਰੂਮ 'ਚ ਐਂਟਰ ਕਰਕੇ 7 ਲੋਕਰ ਟੋਟਲ ਤੋੜੇ ਨੇ, ਜਿਨ੍ਹਾਂ 'ਚੋਂ 3 ਲੋਕਰ ਖਾਲੀ ਸੀ। 4 ਲੋਕਰ ਜਿਹੜੇ ਲੋਕਰ ਹੋਲਡਰ ਸੀ ਉਹਨਾਂ ਨੂੰ ਅਸੀਂ ਕਾਲ ਕੀਤਾ, ਉਹਨਾਂ ਤੋਂ ਪੁੱਛਣਾ ਉਹਦਾ ਕੀ ਨੁਕਸਾਨ ਹੈ। ਜਿਹੜਾ ਬੈਂਕ ਦਾ ਕੈਸ਼ ਹੈ, ਬੈਂਕ ਦਾ ਜੋ ਕੈਸ਼ ਸੀ ਉਹ ਬੈਂਕ ਦੇ ਲੋਕਰ ਆਪਣਾ ਸਟਰੋਂਗ ਰੂਮ ਦੇ ਵਿੱਚ ਜਿਹੜਾ ਸੇਫ ਹੈ ਉਹ ਸੇਫ ਹੈ, ਬੈਂਕ ਦਾ ਕੋਈ ਕੈਸ਼ ਚੋਰੀ ਨਹੀਂ। ਤੇ ਬਾਕੀ ਉਹ ਸਾਡੀਆਂ ਫੋਰੈਂਸਿਕ ਟੀਮਸ, ਸਾਡੇ ਡੌਗ ਸਕੁਐਡ, ਸਾਡੇ ਫਿੰਗਰਪ੍ਰਿੰਟ ਸਕੁਐਡ, ਸਾਡੀਆਂ ਐਫਐਸਐਲ ਟੀਮ, ਟੈਕਨੀਕਲ ਟੀਮ ਸਾਰੀਆਂ ਮੈਂ ਇੱਥੇ ਕਾਲ ਕਰ ਲਈ। ਸਾਰੀਆਂ ਇੱਥੇ ਕਾਲ ਕਰਕੇ ਸਾਇੰਟੀਫਿਕਲੀ ਹਰ ਤਰੀਕੇ ਨਾਲ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ। ਅਸੀਂ ਕੇਸ ਰਜਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰਾਂਗੇ। ਸਰ ਕਿੰਨੇ ਵਜੇ ਦੀ ਘਟਨਾ ਹੈ? ਸਾਨੂੰ ਸਵੇਰੇ ਪਤਾ ਲੱਗਿਆ। ਹੁਣ ਜੋ ਅਸੀਂ ਜੋ ਅਜੇ ਦੇਖ ਰਹੇ ਹਾਂ, ਮੈਂ ਡਿਟੇਲਸ ਅਜੇ ਤੁਹਾਨੂੰ ਪੂਰੀਆਂ ਦੇ ਨਹੀਂ ਸਕਣੀਆਂ। ਰਾਤ 12:15 ਵਜੇ ਦੀ ਘਟਨਾ ਹੈ। ਬਿਆਸ ਵਿਖੇ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਅੱਜ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਆ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਨੇ। ਮਾਮਲਾ ਬਿਆਸ ਥਾਣੇ ਨਾਲ ਸੰਬੰਧਿਤ ਹੈ। ਬੋਲੋ ਸਰ ਬੋਲੋ। ਆ ਜਿਹੜਾ ਕੇਸ ਹੈ ਪੋਲੀਟੀਕਲੀ ਮੋਟੀਵੇਟਡ ਕੇਸ, ਪੋਲੀਟੀਕਲੀ ਮੋਟੀਵੇਟਡ ਕੇਸ ਸਾਡੇ ਦੇ ਬੱਚੇ ਹੈ। ਸੋ ਵੀ ਹੈਵ ਫੁੱਲ ਫੇਥ ਇਨ ਜੁਡੀਸ਼ਰੀ, ਵੀ ਹੈਵ ਫੁੱਲ ਫੇਥ ਇਨ ਜੁਡੀਸ਼ਰੀ। ਮੈਨੂੰ ਜਿਵੇਂ ਪਹਿਲੇ ਇਨਸਾਫ ਮਿਲਦਾ ਰਿਹਾ, ਅੱਗੇ ਤੋਂ ਇਨਸਾਫ ਮਿਲੂਗਾ। ਆ ਜਿਹੜਾ ਕੇਸ ਹੈ ਸਾਰਾ ਪੋਲੀਟੀਕਲ ਹੈ, ਪੋਲੀਟੀਕਲੀ ਮੋਟੀਵੇਟਡ ਹੈ। ਕਾਂਗਰਸ ਪਾਰਟੀ ਨੇ ਕੀਤਾ ਸੀ, ਹੁਣ ਆਮ ਆਦਮੀ ਪਾਰਟੀ ਉਹਨੂੰ ਪਰਸਿਊ ਕਰ ਰਹੀ ਹੈ ਕਿ ਆਲ ਦੀ ਅਕਿਊਜ਼ਡ spread the disease during the corona time. This is the FIR, the false allegation raised against all the accused. Now the challan presented in the court today, Sardar Sukhbir Singh Badal and Sardar Virsa Singh Valtoa submit their bail bonds, and now the court had adjourned this matter on the next date. तो चार्ज लगू या जो कोर्ट फैसला करूगी फालसी नैक्सट डेट जी। हाँ जी, नो जी, नो 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 ओनली फॉर द चार्ज, कंसीडरेशन ऑन चार्ज। आज नॉन बेलेबल वारंट सी जिस करके पेश होए सी। हाँ जी, वो अपीयरेंस रिलीज नॉन बेलेबल वारंट्स आज ਅਸੀਂ पेश हो गए तो वारंट्स खत्म हो गया, बेल ਅਸੀਂ भर दी। धारा 'ਚ ਪਰਚਾ ਦਰਜ ਕੀਤਾ ਗਿਆ ਸੈਕਸ਼ਨ 269 270 3 ਐਪੀਡੈਮਿਕ ਐਕਟ ਹੈ ਜੀ। ਕਾਹਦਾ ਐਕਟ ਹੁੰਦਾ ਜੀ? ਇਹ ਸਾਰੇ ਬੇਲੇਬਲ ਅਫੈਂਸ ਹੈ ਜੀ। 269 270 ਹੈ ਜੀ, ਜਿਹੜੀ ਡਿਸੀਜ਼ ਨੂੰ ਸਪਰੈਡ ਕਰਨਾ। ਬਟ देयर इज नो एलिगेशंस अगेंस्ट, ना ही कोई ਇਹੋ ਜਿਹੀ ਅਕਰੈਂਸ ਹੋਈ ਆ ਫਾਲਸਲੀ ਇੰਪਲੀਕੇਟ ਕੀਤਾ ਕਾਂਗਰਸ ਗਵਰਨਮੈਂਟ। ਮੋਗਾ ਜ਼ਿਲ੍ਹੇ ਦੇ ਪਿੰਡ ਰਾਜਿਆਣਾ ਦੇ ਕੋਲ ਇੱਕ ਬਿਨਾਂ ਲਾਇਸੈਂਸ ਦੇ ਨਸ਼ਾ ਛਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਮੁਤਾਬਿਕ ਇਹ ਸੈਂਟਰ ਭੋਲੇ ਭਾਲੇ ਲੋਕਾਂ ਤੋਂ ਮੋਟੀਆਂ ਰਕਮਾਂ ਲੈ ਕੇ ਨਸ਼ਾ ਛਡਵਾਉਣ ਦੇ ਦਾਅਵੇ ਕਰਦੇ ਸਨ। ਬਹਰਾਲ ਪੁਲਿਸ ਨੇ ਸੈਂਟਰ 'ਚੋਂ 30 ਨੌਜਵਾਨਾਂ ਨੂੰ ਰਿਹਾ ਕਰਵਾਇਆ, ਜਿਨ੍ਹਾਂ 'ਚੋਂ 7 ਨੌਜਵਾਨਾਂ ਨੂੰ ਘਰ ਭੇਜ ਦਿੱਤਾ ਗਿਆ ਤੇ 11 ਨੌਜਵਾਨ ਲਾਮਾ ਲੈ ਕੇ ਘਰ ਚਲੇ ਗਏ ਹਨ ਤੇ ਬਾਕੀ 12 ਨੌਜਵਾਨ ਹਸਪਤਾਲ 'ਚੋਂ ਫਰਾਰ ਹੋ ਗਏ। ਸਰ, ਇੱਕ ਪੁਲਿਸ ਵੱਲੋਂ ਇੱਕ ਰੇਡ ਕੀਤੀ ਗਈ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚ, ਕੁਝ ਨੌਜਵਾਨਾਂ ਨੂੰ ਜਿਹੜਾ ਉੱਥੋਂ ਛੁਡਵਾਇਆ ਗਿਆ। ਸਰ, ਕੀ ਸੀ ਪੂਰਾ ਮਾਮਲਾ ਜੀ? ਇਹ ਕੱਲ ਮਿਤੀ 2/11/22 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ
ਆਲਮਲਾ ਰੋਡ ਰਾਜਿਆਣਾ ਤੇ ਇੱਕ ਨਸ਼ਾ ਛਡਾਊ ਕੇਂਦਰ ਨਿਊ ਵੇ ਰੀਹੈਬਿਲਿਟੇਸ਼ਨ ਸੈਂਟਰ ਦੇ ਨਾਂ ਤੇ ਚੱਲ ਰਿਹਾ, ਜਿਹੜਾ ਕਿ ਅਨਅਧਿਕਾਰਤ ਵਿਦਆਊਟ ਲਾਇਸੈਂਸ ਹੈ ਜੀ। ਤਾਂ ਉਹ ਇਨਫੋਰਮੇਸ਼ਨ ਤੇ ਅਸੀਂ ਕੰਮ ਕਰਦੇ ਹੋਏ ਇੱਕ FIR ਰਜਿਸਟਰ ਕੀਤੀ ਸੀ ਬਰਖਲਾਫ 3 ਵਿਅਕਤੀਆਂ ਦੇ, ਸੁਖਵੰਤ ਸਿੰਘ ਬਰਾੜ, ਹਰਸਿਮਰਨਜੀਤ ਸਿੰਘ ਤੇ ਨਿਹਲ ਸਚਦੇਵਾ ਦੇ। ਉਸ ਤੋਂ ਬਾਅਦ ਉੱਥੇ ਜਿਹੜਾ ਡਰੱਗ ਰੀਹੈਬ ਸੈਂਟਰ ਉੱਥੇ ਰੇਡ ਕੀਤਾ ਗਿਆ, ਜਿੱਥੇ ਕਾਫੀ ਗਿਣਤੀ ਜਿਹੜੇ ਆ ਡਰੱਗ ਐਡਿਕਟ ਲੜਕੇ ਆ ਉਹ ਜਿਹੜੇ ਆ ਇਹਨਾਂ ਨੇ ਰੱਖੇ ਹੋਏ ਸੀਗੇ ਤੇ ਵਿਦਆਊਟ ਲਾਇਸੈਂਸ ਆ ਜਿਹੜਾ ਇਹ ਡਰੱਗ ਸੈਂਟਰ ਆ ਜਿਹੜਾ ਚਲਾ ਰਹੇ ਸੀਗੇ। ਉੱਥੋਂ ਇੱਕ ਇਹਨਾਂ ਦੇ ਮੈਨੇਜਰ ਜਿਹੜਾ ਨਿਹਲ ਸਚਦੇਵਾ ਉਹਦੀ ਅਰੈਸਟ ਹੋਈ ਹੈ ਜੀ, ਤੇ ਕਰੀਬ 31 ਮੁੰਡਿਆਂ ਨੂੰ ਉੱਥੋਂ ਛੁਡਾ ਕੇ ਜਿਹੜਾ ਅਸੀਂ ਲੈ ਕੇ ਸਿਵਲ ਹਸਪਤਾਲ ਮੋਗਾ ਭਰਤੀ ਕਰਾਇਆ ਜੀ। ਸਰ ਫਰਦਰ ਹੋਰ ਕੀ ਕਾਰਵਾਈ ਕੀਤੀ ਗਈ ਹੈ? ਮਾਮਲਾ ਕਿੰਨੇ ਬੰਦਿਆਂ ਦਰਜ ਕੀਤਾ ਗਿਆ? 3 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਹੈ ਜੀ। 2 ਦੋਸ਼ੀਆਂ ਦੀ ਜਿਹੜੀ ਆ ਗ੍ਰਿਫਤਾਰੀ ਬਾਕੀ ਆ, ਜਿਨ੍ਹਾਂ ਦੀ ਅਸੀਂ ਗ੍ਰਿਫਤਾਰੀ ਜਲਦ ਕਰਾਂਗੇ। ਬਰਨਾਲਾ ਪੁਲਿਸ ਵੱਲੋਂ 14 ਚੋਰੀ ਕੀਤੇ ਮੋਟਰਸਾਈਕਲ, ਇੱਕ ਸਿਲਵਰ ਰੰਗ ਦੀ ਕਾਰ, 200 ਤੋਂ ਜ਼ਿਆਦਾ ਵੱਖ-ਵੱਖ ਮੰਡੀਆਂ ਵਿੱਚ ਚੋਰੀ ਹੋਈ ਝੋਨੇ ਦੀਆਂ ਬੋਰੀਆਂ ਸਮੇਤ 8 ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਵਿੱਚ ਦਾਅਵਾ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ SSP ਬਰਨਾਲਾ ਨੇ ਦੱਸਿਆ ਕਿ ਥਾਣਾ ਬਰਨਾਲਾ ਵਰਕਲਾ ਮਨਪ੍ਰੀਤ ਸਿੰਘ ਵਾਸੀ ਕੋਟੜਾ ਕੰਡਿਆਲਵਾਲ ਪੁੱਤਰ ਵਾਸੀ ਘੋੜਾ ਕੜਿਆਲਵਾਲ ਪਾਸੋਂ 14 ਮੋਟਰਸਾਈਕਲ ਬਰਾਮਦ ਕੀਤੇ ਹਨ। ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਸਮੇਂ ਵੀ ਜੇਲ੍ਹਾਂ ਦਾ ਬੁਰਾ ਹਾਲ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵੀ ਉਸ ਤੋਂ ਵੱਧ ਬੁਰਾ ਹਾਲ ਹੈ। ਮਾਮਲਾ ਜਲੰਧਰ ਤੇ ਕਪੂਰਥਲਾ ਦੀ ਮਾਡਰਨ ਜੇਲ੍ਹ 'ਚੋਂ ਪਿਛਲੇ 30 ਦਿਨਾਂ ਵਿੱਚ 61 ਮੋਬਾਈਲ ਫੋਨ, ਬੈਟਰੀ ਤੇ SIM ਕਾਰਡ ਤੋਂ ਇਲਾਵਾ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਤੇ ਹਵਾਲਾਤੀਆਂ ਵਿੱਚ ਕੈਦੀਆਂ ਦੇ ਖਿਲਾਫ 41 ਮਾਮਲੇ ਵੀ ਦਰਜ ਕੀਤੇ ਗਏ ਹਨ। ਇਹਦੇ 'ਚ ਦੇਖੋ ਇਹ ਜੀ ਥਾਣਾ ਕੋਤਵਾਲੀ ਦੇ ਏਰੀਏ ਦੇ ਵਿੱਚ ਜਿਹੜੀ ਇਹ ਸੈਂਟਰ ਜੇਲ੍ਹ ਕਪੂਰਥਲਾ ਪੈਂਦੀ ਹੈ ਜੀ। ਇੱਥੇ ਜਿਵੇਂ ਸਾਡੇ ਜਿੱਥੇ ਆਪਣੇ ਜੇਲ੍ਹ ਸੁਪਰਡੈਂਟ ਵਗੈਰਾ ਲੱਗੇ ਨੇ, ਉਹਨਾਂ ਦੇ ਪੱਤਰ ਵਗੈਰਾ ਹੁੰਦੇ ਨੇ, ਉਹਨਾਂ ਦੀਆਂ ਸਮੇਂ-ਸਮੇਂ 'ਤੇ ਜਿਹੜੀਆਂ ਤਲਾਸ਼ੀਆਂ ਕਰਦੇ ਨੇ। ਸਾਡੀ ਵੀ ਕਈ ਵਾਰੀ ਹਫ਼ਤੇ ਦੇ ਵਿੱਚ ਜਾਂ 15 ਦਿਨ ਦੇ ਵਿੱਚ ਇੱਕ ਵਾਰੀ ਜੇਲ੍ਹ ਦੀ ਅਸੀਂ ਤਲਾਸ਼ੀ ਕਰਦੇ ਹਾਂ। ਜੋ ਵੀ ਜਿਹੜੇ ਅੰਦਰ ਦੋਸ਼ੀ ਹੈ ਜਾਂ ਕੈਦੀ ਹੈ ਜਾਂ ਹਵਾਲਾਤੀ ਹੈ, ਉਹਨਾਂ ਦੇ ਕੋਲ ਜਿਹੜੇ ਮੋਬਾਈਲ ਮਿਲਦੇ ਨੇ, ਉਹਨਾਂ 'ਤੇ ਅਸੀਂ ਜਿਹੜੀ ਹੈ ਤੁਰੰਤ ਜਿਹੜੀ ਹੈ ਉਹਨਾਂ ਦੇ ਪੱਤਰ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕਰਦੇ ਹਾਂ ਜੀ। ਉਹਨਾਂ ਜੇਲ੍ਹ ਦਾ ਜਿਹੜਾ ਜੋ ਵੀ ਪਰਚਾ ਦਰਜ ਹੁੰਦਾ ਹੈ ਉਹ ਸਾਡੇ ਥਾਣੇ ਦੇ ਵਿੱਚ ਹੁੰਦਾ ਹੈ। ਪਿਛਲੇ ਕੁਛ ਦਿਨਾਂ ਦੇ ਵਿੱਚ ਕਾਫੀ ਮੋਬਾਈਲ ਬਰਾਮਦ ਕੀਤੇ ਨੇ। ਜੋ ਵੀ ਮੋਬਾਈਲ ਬਰਾਮਦ ਹੁੰਦੇ ਨੇ ਉਹਨਾਂ 'ਤੇ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੇ ਹਾਂ ਜੀ। ਤੇ ਜੋ ਵੀ ਅਗਰ ਇਹਦੇ ਵਿੱਚ ਕੋਈ ਜੇ ਕੋਈ ਮੁਲਾਜ਼ਮ ਵਗੈਰਾ ਦਾ ਆਉਂਦਾ ਹੈ ਜਾਂ ਕੋਈ ਹੋਰ ਵਗੈਰਾ ਕੋਈ ਵੀ ਆਉਂਦਾ ਹੈ, ਉਹਨੂੰ ਕਿਸੇ ਵੀ ਮਤਲਬ ਬਖਸ਼ਿਆ ਨਹੀਂ ਜਾ ਰਿਹਾ, ਉਹਨਾਂ ਦੇ ਜੋ ਸਖਤ ਕਾਰਵਾਈ ਹੋ ਰਹੀ ਹੈ। ਜਲਾਲਾਬਾਦ ਭਾਰਤ ਪਾਕ ਸਰਹੱਦ ਤੇ ਡਰੋਨ ਦਿਖਾਈ ਦਿੱਤਾ, ਜੋ ਕਿ BSF ਵੱਲੋਂ 33 ਰਾਉਂਡ ਵੀ ਕੀਤੇ ਗਏ ਤੇ 33 ਰਾਉਂਡ ਦੌਰਾਨ ਡਰੋਨ ਵਾਪਸ ਚਲਾ ਗਿਆ। ਜਾਣਕਾਰੀ ਮੁਤਾਬਿਕ ਇਹ 2 ਵਾਰ ਸਰਹੱਦ ਤੋਂ ਦਾਖਲ ਹੋਇਆ ਸੀ। ਪੁਲਿਸ ਅਤੇ BSF ਵੱਲੋਂ ਇਲਾਕੇ ਦਾ ਸਰਚ ਬਿਆਨ ਜਾਰੀ ਕਰ ਦਿੱਤਾ ਹੈ ਤੇ ਜਲਾਲਾਬਾਦ ਦੇ ਸਬ ਡਿਵੀਜ਼ਨ ਦੇ DSP ਅਤੁਲ ਸੋਨੀ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ। ਜਲਾਲਾਬਾਦ ਦੇ ਏਰੀਏ ਦੇ ਵਿੱਚ ਬਾਰਡਰ ਏਰੀਆ ਜ਼ਿਆਦਾ ਪੈਂਦਾ ਹੈਗਾ ਤੇ ਇਹਦੇ ਵਿੱਚ ਰਾਤ ਨੂੰ ਸਾਡੇ ਕੋਲ ਹਲਚਲ ਦੀ ਆਈ ਸੀ। ਉਸ 'ਚ ਸੀਗਾ 10:57 ਤੇ ਦੇਖਿਆ ਗਿਆ ਸੀਗਾ ਡਰੋਨ। ਉਹ 2 ਸੈਕਿੰਡ ਬਾਅਦ ਫਿਰ ਵਾਪਸ ਚਲਾ ਗਿਆ ਸੀ। ਤਾਂ ਉਸ ਤੋਂ ਬਾਅਦ ਫਿਰ ਜਿਹੜਾ ਸੀਗਾ 11:20 ਤੇ ਫਿਰ ਉਹ ਦੇਖਿਆ ਗਿਆ ਹੈਗਾ ਤੇ BSF ਦੇ ਉੱਤੇ ਜਵਾਨ ਕਰ ਰਹੇ ਸੀਗੇ ਉੱਥੇ ਪੈਟਰੋਲਿੰਗ ਕਰਦੇ। ਉਹਨਾਂ ਨੇ ਜਿਹੜੇ 33 ਰਾਉਂਡਸ ਉਹਦੇ ਫਾਇਰ ਕੀਤੇ ਸੀਗੇ। ਤਾਂ ਅਨਫੋਰਚੂਨੇਟਲੀ ਉਹ ਬਚਾ ਕੇ ਤੇ ਫਿਰ ਦੁਬਾਰਾ ਉਹ ਵਾਪਸ ਚਲਾ ਗਿਆ। ਇਸ ਸੰਬੰਧ ਦੇ ਵਿੱਚ ਰਾਤ ਨੂੰ 12 ਵਜੇ ਤੋਂ ਲੈ ਕੇ ਹੁਣ ਤੱਕ, ਹੁਣ ਵੀ 12:30 ਹੋ ਗਏ ਤੇ ਇਸ ਵੇਲੇ ਤੱਕ ਸਾਡੀ ਸਾਰੀ ਸਰਚ ਚੱਲ ਰਹੀ ਹੈ ਕਿ ਸਾਰਾ ਅਸੀਂ ਜਿੰਨਾ ਕਿ ਏਰੀਆ ਸਾਨੂੰ ਸੀਗਾ ਵੀ ਹਾਂ ਵੀ ਇੰਨੇ ਟਾਈਮ ਦੇ ਵਿੱਚ ਇੰਨਾ ਬੰਦਾ ਕਵਰ ਕਰ ਸਕਦਾ ਹੈਗਾ ਜਾਂ ਡਰੋਨ ਕਵਰ ਕਰ ਸਕਦਾ ਹੈਗਾ। ਤੇ ਉਹੀ ਸਾਰਾ ਦੇਖ ਕੇ ਉਹਨੂੰ ਸਾਰਾ ਸਰਚ ਦੋਨੋਂ ਪਾਰਟੀਆਂ ਨੇ ਕੀਤਾ ਹੈਗਾ, BSF ਨੇ ਵੀ ਤੇ ਪੰਜਾਬ ਪੁਲਿਸ ਨੇ ਵੀ। ਖਰੜ ਵਿਖੇ ਪੁੱਜੇ ਵਾਰਿਸ ਪੰਜਾਬ ਜਥੇਬੰਦੀ ਆਗੂ ਅੰਮ੍ਰਿਤਪਾਲ ਸਿੰਘ ਨੇ ਸਟੇਜ ਤੋਂ ਮੰਨਿਆ ਹੈ ਕਿ ਮੈਂ ਨੌਜਵਾਨਾਂ ਨੂੰ ਭੜਕਾ ਰਿਹਾ ਤੇ ਚਾਹੁੰਦਾ ਹਾਂ ਕਿ ਨੌਜਵਾਨ ਭੜਕਣ ਅਤੇ ਭੜਕ ਕੇ ਗੁਲਾਮੀ ਦੀ ਪਹਿਚਾਣ ਕਰਨ। ਸੰਬੋਧਨ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਸਿੱਧੀ ਧਮਕੀ ਵਿਰੋਧ ਕਰਨ ਵਾਲਿਆਂ ਨੂੰ ਦਿੱਤੀ ਅਤੇ ਕਿਹਾ ਕਿ ਪੁਲਿਸ ਇਹਨਾਂ ਨੂੰ ਰੋਕੋ ਨਾ, ਅਸੀਂ ਖੁਦ ਹੀ ਇਹਨਾਂ ਦਾ ਇਲਾਜ ਕਰਾਂਗੇ। ਪੰਜਾਬ ਦੇ CM ਭਗਵੰਤ ਮਾਨ ਵੱਲੋਂ ਸਮਰਾਲਾ ਦੇ ਤਹਿਸੀਲ ਕੰਪਲੈਕਸ ਵਿੱਚ ਸੁਵਿਧਾ ਸੈਂਟਰ ਦਾ ਅਚਨਚੇਤ ਦੌਰਾ ਕੀਤਾ ਗਿਆ, ਜਿਸ ਵਿੱਚ CM ਮਾਨ ਵੱਲੋਂ ਸਰਕਾਰੀ ਅਧਿਕਾਰੀਆਂ ਆ ਰਹੀਆਂ ਪਰੇਸ਼ਾਨੀਆਂ ਦਿੱਕਤਾਂ ਦੇ ਬਾਰੇ ਸੁਣਿਆ ਗਿਆ। ਉੱਥੇ ਆਮ ਲੋਕਾਂ ਨੂੰ ਕੰਮ ਕਰਵਾਉਣ ਵਿੱਚ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਬਾਰੇ ਵੀ ਉਹਨਾਂ ਸੁਣਿਆ। ਲੋਕਲ ਬੋਡੀਜ਼ ਨਾਲ ਰਿਲੇਟਡ ਹੈ ਜੀ। 70 ਸਾਲ ਦਾ ਤਾਣਾ ਉਲਝਿਆ ਹੋਇਆ, ਠੀਕ ਕਰ ਰਹੇ ਹਾਂ। ਜਿਵੇਂ ਕਿ ਕੈਂਸਰ ਜਿਹੜਾ ਹੈ ਉੱਥੇ ਆਇਓਡੈਕਸ ਲਾ ਕੇ ਤਾਂ ਠੀਕ ਨਹੀਂ ਹੁੰਦਾ, ਉਹਦੇ ਵਾਸਤੇ ਤਾਂ ਕੀਮੋਥੈਰੇਪੀ ਕਰਨੀ ਪੈਣੀ। ਸੋ ਕੀਮੋਥੈਰੇਪੀ ਕਰਾਂਗੇ, ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ। ਲੋਕਾਂ ਨੂੰ ਵੀ ਇਹ ਅਪੀਲ ਕਰਾਂਗੇ ਕਿ ਜੇ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਸੰਗੋ ਨਾ, ਜਾਂ ਇਹ ਨਾ ਕਰੋ ਕਿ ਯਾਰ ਕਿਤੇ ਮੈਂ ਨਾ ਵਿੱਚ ਆ ਜਾਵਾਂ। ਤੁਹਾਡਾ ਕਿਸੇ ਨਾਂ ਵਿੱਚ ਨਹੀਂ ਹੁੰਦਾ, ਦੱਸੋ ਤਾਂ ਸਹੀ ਨਾ। ਜੇ ਦੱਸਣਗੇ ਤਾਂ ਅਸੀਂ ਐਕਸ਼ਨ ਲਵਾਂਗੇ।
ਤੌਰ ਤੇ ਜਿਵੇਂ ਐਕਸੀਡੈਂਟ ਹੋ ਜੇ, ਕੋਈ ਬੰਦਾ ਤੜਫੀ ਜਾਂਦਾ, ਆਪਾਂ ਚੱਕਣ ਤੋਂ ਯਾਰ ਪੁਲਿਸ ਮੈਨੂੰ ਨਾ ਕੋਈ ਪੰਗਾ ਪਾ ਲੇ, ਖਤਮ ਕਰ ਲੱਗੇ, ਉਹਨੂੰ ਇਨਾਮ ਦੇਵਾਂਗੇ। ਲੁਧਿਆਣਾ ਦੇ ਗੁਰੂ ਨਾਨਕ ਨਗਰ ਇੰਜੀਨੀਅਰਿੰਗ ਕਾਲਜ ਵਿੱਚ ਨਾਨ ਟੀਚਿੰਗ ਸਟਾਫ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਲਗਾਤਾਰ 18ਵੇਂ ਦਿਨ ਤੋਂ ਜਾਰੀ ਹੈ। ਪੱਤਰਕਾਰ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਕਾਲਜ ਵਿੱਤੀ ਘਾਟੇ ਵਿੱਚ ਚੱਲ ਰਿਹਾ ਹੈ, ਜਿਸ ਕਾਰਨ ਡੀਏ ਨਹੀਂ ਮਿਲ ਰਿਹਾ ਤੇ ਪੰਜਾਬ ਸਰਕਾਰ ਦੁਆਰਾ ਜਾਰੀ ਪੇ ਕਮਿਸ਼ਨ ਹਾਲੇ ਤੱਕ ਕਾਲਜ ਨੇ ਜਾਰੀ ਨਹੀਂ ਕੀਤਾ ਤੇ ਨਾ ਮੈਨੇਜਮੈਂਟ ਗੱਲ ਸੁਣਨ ਲਈ ਤਿਆਰ ਹੈ। ਪ੍ਰੋਫੈਸਰ ਹਾਂ ਡਿਪਾਰਟਮੈਂਟ ਆਫ ਮਕੈਨੀਕਲ ਐਂਡ ਪ੍ਰੋਡਕਸ਼ਨ ਇੰਜੀਨੀਅਰਿੰਗ ਦੇ ਵਿੱਚ ਇੱਥੇ ਸਤੰਬਰ 2002 ਤੋਂ ਕੰਮ ਕਰ ਰਿਹਾ ਜੀ। ਮੇਰੇ ਤੋਂ ਪਹਿਲਾਂ ਸਰਦਾਰ ਗੁਰਮੀਤ ਸਿੰਘ ਜੀ ਨੇ ਦੱਸਿਆ ਆ, ਤੇ ਸਾਡੀਆਂ ਕੁਝ ਜਿਹੜੀਆਂ ਮੇਨ 2 ਤਰ੍ਹਾਂ ਦੀਆਂ ਮੰਗਾਂ ਨੇ, ਜਿਹੜੀਆਂ ਫਾਈਨੈਂਸ਼ੀਅਲ ਤੇ ਨਾਨ ਫਾਈਨੈਂਸ਼ੀਅਲ। ਕੱਲ੍ਹ ਵਿਭਾਗ ਮੁਖੀ ਆਏ ਸੀਗੇ, ਅਸੀਂ ਪਹਿਲਾਂ ਇਹੀ ਕਹਿ ਰਹੇ ਹਾਂ ਵੀ ਜਿਹੜੀਆਂ ਨਾਨ ਫਾਈਨੈਂਸ਼ੀਅਲ ਨੇ ਉਹਨਾਂ ਨੂੰ ਤਾਂ ਤਰਜੀਹ ਦੇ ਆਧਾਰ 'ਤੇ ਪਹਿਲਾਂ ਹੱਲ ਕੀਤੀਆਂ ਜਾਣ। ਉਹਦੇ ਉੱਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ। ਉਹਦੇ ਵਿੱਚ ਅਥਾਰਟੀ ਸਿੱਧੀ ਇੰਟਰਵੀਨ ਕਰਕੇ ਉਹ ਤਾਂ ਤਕਰੀਬਨ 90% ਮੰਗਾਂ ਤਾਂ ਉਹ ਕਰੇ ਸਕਦੇ ਆ। ਜਿਹੜੀ ਵਿੱਤੀ ਸੰਕਟ ਦੀ ਗੱਲ ਆ ਫਾਈਨੈਂਸ਼ੀਅਲ ਵਾਲੀ, ਉਹਦੇ ਵਿੱਚ ਸਾਡੀਆਂ 4-5 ਮੇਨ ਮੰਗਾਂ ਨੇ, ਜਿਵੇਂ ਸਾਨੂੰ ਡੀਏ ਮਾਰਚ 2020 ਤੋਂ ਹਜੇ ਤੱਕ ਨਹੀਂ ਮਿਲਿਆ 6% ਦੀ ਕਿਸ਼ਤ। ਉਸ ਤੋਂ ਬਾਅਦ ਸਰਕਾਰ ਨੇ ਨਵਾਂ ਪੇ ਸਕੇਲ ਵੀ ਲਗਾਤਾ ਹੈ ਜੀ, ਉਹਦੇ 'ਚ ਸਾਡੇ ਨਾਨ ਟੀਚਿੰਗ ਮੁਲਾਜ਼ਮਾਂ ਦਾ ਤਾਂ ਆਲਰੇਡੀ ਲੱਗ ਚੁੱਕਿਆ, 1.25 ਸਾਲ ਤੋਂ ਉੱਤੇ ਹੋ ਗਿਆ। ਹਜੇ ਸਾਡੇ ਪੁਰਾਣੀ ਡੀਏ ਦੀ ਗੱਲ ਨਹੀਂ ਹੋ ਰਹੀ ਹੈਗੀ ਤੇ ਨਵੇਂ ਸਕੇਲ ਦੀ ਗੱਲ ਕਿੱਥੇ ਹੋਊ। ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਸਫਲਤਾ ਹਾਸਲ ਕਰਦੇ ਹੋਏ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ। ਉਹਨਾਂ ਦੱਸਿਆ ਕਿ ਤਿੰਨੇ ਮੁਲਜ਼ਮ 72.5 ਕਿਲੋਗ੍ਰਾਮ ਹੈਰੋਇਨ ਜ਼ਬਤ ਮਾਮਲੇ ਵਿੱਚ ਲੋੜੀਂਦੇ ਸਨ। ਆਮ ਆਦਮੀ ਪਾਰਟੀ ਦੇ ਸਿੰਬਲ ਤੇ ਚੋਣ ਲੜ ਰਹੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਗੁਰਭੇਜ ਸਿੰਘ ਗਿੱਲ ਨੇ ਵੱਖ-ਵੱਖ ਪਿੰਡਾਂ ਵਿੱਚ ਆਪਣਾ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਲੋਕਾਂ ਦਾ ਉਹਨਾਂ ਨੂੰ ਭਰਮਾ ਹੁੰਗਾਰਾ ਵੀ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਹੈ ਕਿ ਸਾਨੂੰ ਗਰੀਬ ਅਮੀਰ ਹਰੇਕ ਵਰਗ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਗੁਰਭੇਜ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਪਰਿਸ਼ਦ ਬਣਨ ਤੋਂ ਬਾਅਦ ਵਾਰਡ ਨੰਬਰ 8 ਵਿੱਚ ਉਹ ਇੰਨੇ ਵਿਕਾਸ ਕਾਰਜ ਕਰਵਾਉਣਗੇ ਕਿ ਅਗਲੇ ਸਮੇਂ ਉਹਨਾਂ ਨੂੰ ਲੋਕ ਖੁਦ ਕਹਿਣਗੇ ਕਿ ਤੁਸੀਂ ਜ਼ਿਲ੍ਹਾ ਪਰਿਸ਼ਦ ਦਾ ਚੋਣ ਲੜੋ। ਜਿਵੇਂ ਪੰਚਾਇਤੀ ਚੋਣਾਂ ਨਜ਼ਦੀਕ ਆ ਰਹੀਆਂ ਉਵੇਂ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਗੁਰਭੇਜ ਸਿੰਘ ਗਿੱਲ ਸਾਰੇ ਉਮੀਦਵਾਰਾਂ ਤੇ ਭਾਰੀ ਪੈਂਦਾ ਹੋਇਆ ਜਾ ਰਿਹਾ ਹੈ। ਗੁਰਭੇਜ ਸਿੰਘ ਗਿੱਲ ਨੇ ਕਿਹਾ ਹੈ ਕਿ ਉਹਨਾਂ ਦੇ ਚੋਣ ਪ੍ਰਚਾਰ ਵਾਸਤੇ ਪੰਜਾਬ ਦੇ ਕਈ ਦਿਗਜ ਨੇਤਾ ਵੀ ਆਉਣਗੇ ਅਤੇ ਉਹ ਵਾਰਡ ਨੰਬਰ 8 ਤੋਂ ਵੱਡੀ ਲੀਡ ਨਾਲ ਜਿੱਤਣਗੇ। ਵਾਰਡ ਦੀ ਸਮੱਸਿਆ ਉਹਨਾਂ ਦੀ ਆਪਣੀ ਸਮੱਸਿਆ ਹੋਵੇਗੀ ਤੇ ਹਰੇਕ ਸਮੱਸਿਆ ਦਾ ਹੱਲ ਉਹ ਪਹਿਲ ਦੇ ਆਧਾਰ ਤੇ ਕਰਨਗੇ। ਗ੍ਰਾਮ ਪੰਚਾਇਤ ਦੇ ਨਾਲ ਮਿਲ ਕੇ ਆਪਣੀ ਵਾਰਡ ਦਾ ਵਿਕਾਸ ਵੀ ਕਰਨਗੇ। ਇਹਨੂੰ ਸਮਰਥਨ ਦੇਣਾ, ਤਨੋਂ ਮਨੋਂ ਪੂਰਾ ਸਮਰਥਨ ਦਿਓ। ਵੋਟਾਂ ਵਾਲੇ ਦਿਨ 7 ਵਜੇ ਤੁਸੀਂ VOTING ਤੇ ਪਹੁੰਚ ਜਾਓ, ਆਪਣੇ ਆਪ 9 ਵਜੇ ਨੂੰ ਆਪਦਾ ਕੰਮ ਭੁਗਤਾ ਕੇ ਤੇ ਭਾਈ ਜਿਹਦੇ ਕੰਮ ਹੋਰ ਚੱਲ ਜਾਓ, ਤੁਹਾਨੂੰ ਖੁਸ਼ੀ ਬਹੁਤ ਮਹਿਸੂਸ ਹੋਊਗੀ ਵੀ ਅੱਜ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ। ਧੰਨਵਾਦ। ਬੇਸ਼ੱਕ ਕੋਈ ਗ੍ਰਾਂਟ ਚੋਂ ਵੀ ਤੁਹਾਡਾ ਕੰਮ ਨਾ ਹੋ ਸਕੇ, ਅਸੀਂ ਆਪਣੇ ਘਰੋਂ ਕਰਾਂਗੇ ਤੁਹਾਡਾ ਤਨ ਮਨ ਨਾਲ, ਜੇ ਤੁਸੀਂ ਸਾਡਾ ਤਨ ਮਨ ਨਾਲ ਸਾਥ ਦਿੰਦੇ ਹੋ। ਸਹੀ ਹੈ, ਠੀਕ ਹੈ। ਅਸੀਂ ਆਪਣੇ ਘਰੋਂ ਤੁਹਾਡੇ ਲਈ ਜੀ ਜਾਨ ਲਾਵਾਂਗੇ। ਇੱਥੇ ਹੀ ਆਉਂਗਾ ਪਹਿਲਾਂ ਤਨ ਮਨ ਨਾਲ ਕਰ ਦਿਆਂਗੇ। ਗਰੀਬਾਂ ਵੱਲੇ ਵੇਖਿਓ, ਆ ਤੁਹਾਡੀ ਮਾਂ ਬੜੀ ਦੁਖੀ ਹੈ। ਬਿਲਕੁਲ ਵੇਖਾਂਗੇ। ਨਹੀਂ ਆ ਗੱਲ ਸਹੀ ਆ, ਬਹੁਤ ਦੁਖੀ ਹੈ। ਬਿਲਕੁਲ ਮੇਰਾ ਭਲਾ ਕਰ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।